ਅੱਜ ਆਓ ਅਸੀਂ ਜੋ ਕੀਮਤ ਨਹੀਂ ਜਾਣਦੇ ਉਹ ਮਾਲਕ ਬਣਨ ਦੇ ਹੱਕਦਾਰ ਨਹੀਂ ਹਨ, ਇਸ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰੀਏ। ਨਵੇਂ ਨੇਮ ਵਿੱਚ ਪਰਮੇਸ਼ਵਰ ਦੇ ਹੁਕਮਾਂ ਦੀ ਕੀਮਤ ਅਤੇ ਸਵਰਗ ਦੇ ਰਾਜ ਦੀ ਕੀਮਤ ਨੂੰ ਜਾਣੇ ਬਿਨਾਂ ਅਸੀਂ ਸੰਸਾਰਿਕ ਮਾਮਲਿਆਂ ਨੂੰ ਨਵੇਂ ਨੇਮ ਤੋਂ ਜ਼ਿਆਦਾ ਪਹਿਲ ਦੇਵਾਂਗੇ। ਮੈਂ ਤੁਹਾਨੂੰ ਸ਼ਿਕਾਗੋ ਦੇ ਇੱਕ ਕਲਾ ਨਿਲਾਮ ਘਰ ਵਿੱਚ ਬਹੁਤ ਸਮੇਂ ਪਹਿਲਾਂ ਜੋ ਹੋਇਆ ਸੀ ਉਹ ਦੱਸਣਾ ਚਾਹਾਂਗਾ। ਕਲਾ ਨਿਲਾਮ ਘਰ ਵਿੱਚ ਇੱਕ ਨਿਲਾਮੀ ਹੋਈ। ਉੱਥੇ ਕਈ ਕਲਾਕਾਰੀਆਂ ਸੀ ਜਿਨ੍ਹਾਂ ਦੀ ਨਿਲਾਮੀ ਕੀਤੀ ਜਾ ਰਹੀ ਸੀ। ਕਿਉਂਕਿ ਕਈ ਕਲਾਕਾਰੀਆਂ ਮਸ਼ਹੂਰ ਤਸਵੀਰਕਾਰਾਂ ਦੀਆਂ ਸੀ, ਇਸ ਲਈ ਉੱਚ ਕੀਮਤਾਂ ਦੇ ਬਾਵਜੂਦ ਉਹਨਾਂ ਨੂੰ ਤੇਜ਼ੀ ਨਾਲ ਵੇਚਿਆ ਗਿਆ। ਪਰ ਸਿਰਫ ਇੱਕ ਹੀ ਕਲਾਕਾਰੀ ਰਹਿ ਗਈ ਜਿਸ ਨੂੰ ਖਰੀਦਿਆ ਨਹੀਂ ਗਿਆ ਸੀ। ਨਿਲਾਮੀ ਕੰਪਨੀ ਇਸ ਨੂੰ ਆਪਣੇ ਗੋਦਾਮ ਵਿੱਚ ਨਹੀਂ ਰੱਖਣਾ ਚਾਹੁੰਦੀ ਸੀ, ਇਸ ਲਈ ਉਹਨਾਂ ਨੇ ਇਸ ਨੂੰ ਲਗਭਗ $14 ਦੀ ਬਹੁਤ ਘੱਟ ਕੀਮਤ ਤੇ ਵੇਚਣ ਦਾ ਫੈਸਲਾ ਕੀਤਾ। ਪਰ ਬਾਅਦ ਵਿੱਚ ਅਵਿਸ਼ਵਾਸੀ ਤੌਰ ਤੇ ਇਹ ਪਤਾ ਚੱਲਿਆ ਕਿ ਉਸ ਕਲਾਕਾਰੀ ਨੂੰ ਇੱਕ ਮਸ਼ਹੂਰ ਕਲਾਕਾਰ ਦੁਆਰਾ ਚਿਤਰਨ ਕੀਤਾ ਗਿਆ ਸੀ। ਉਸ ਦਿਨ ਮੌਜੂਦ ਲੋਕਾਂ ਵਿੱਚੋਂ ਕੋਈ ਵੀ ਕਲਾਕਾਰੀ ਦੀ ਕੀਮਤ ਨਹੀਂ ਜਾਣਦਾ ਸੀ, ਇਸ ਲਈ ਤਸਵੀਰ ਲਗਭਗ $14 ਵਿੱਚ ਨਿਲਾਮ ਹੋਈ। ਇਹ ਕੀਮਤ ਇੰਨੀ ਘੱਟ ਸੀ ਕਿ ਤਸਵੀਰ ਨੂੰ ਛੱਡ ਕੇ ਸਿਰਫ ਤਸਵੀਰ ਦੇ ਫਰੇਮ ਦੀ ਕੀਮਤ ਉਸ ਤੋਂ ਜ਼ਿਆਦਾ ਸੀ। ਇਹ ਮਿਨਰਵਾ ਨਾਮ ਦੇ ਇੱਕ ਮਸ਼ਹੂਰ ਚਿੱਤਰਕਾਰ ਦੁਆਰਾ ਚਿਤਰਨ ਮਿਸਰ ਵਿੱਚ ਪਵਿੱਤਰ ਪਰਿਵਾਰ ਦੀ ਉਡਾਨ ਤਸਵੀਰ ਸੀ। ਤਸਵੀਰ ਵਿੱਚ ਯੂਸਫ ਅਤੇ ਉਸਦੇ ਪਰਿਵਾਰ ਨੂੰ ਇਜ਼ਰਾਈਲ ਦੀ ਧਰਤੀ ਤੋਂ ਭੱਜਦੇ ਹੋਏ ਦਿਖਾਇਆ ਗਿਆ ਸੀ। ਉਸ ਸਮੇਂ ਰਾਜਾ ਹੈਰੋਦੇਸ ਨੇ ਉਹਨਾਂ ਸਭ ਮੁੰਡਿਆਂ ਨੂੰ ਮਾਰਨ ਦਾ ਹੁਕਮ ਜਾਰੀ ਕੀਤਾ ਸੀ ਜੋ 2 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਸੀ, ਅਤੇ ਇੱਕ ਸਵਰਗਦੂਤ ਨੇ ਯੂਸਫ ਦੇ ਸੁਪਨੇ ਵਿੱਚ ਪ੍ਰਗਟ ਹੋ ਕੇ ਉਸ ਨੂੰ ਉਸਦੀ ਪਤਨੀ ਅਤੇ ਬੱਚੇ ਨੂੰ ਲੈ ਕੇ ਮਿਸਰ ਵਿੱਚ ਭੱਜਣ ਦਾ ਨਿਰਦੇਸ਼ ਦਿੱਤਾ ਸੀ। 17ਵੀਂ ਸਦੀ ਦੇ ਤਕਰੀਬਨ ਇਟਲੀ ਵਿੱਚ ਇਸ ਤਸਵੀਰ ਦੀ ਬਹੁਤ ਪ੍ਰਸ਼ੰਸਾ ਅਤੇ ਸਰਾਹਨਾ ਕੀਤੀ ਗਈ ਸੀ, ਪਰ ਉਸ ਦੇ ਬਾਅਦ ਇਹ ਬਿਨਾਂ ਕਿਸੇ ਨਿਸ਼ਾਨ ਦੇ ਗਾਇਬ ਹੋ ਗਈ ਸੀ। ਫਿਰ ਇੱਕ ਦਿਨ ਇਹ ਫਿਰ ਤੋਂ ਪ੍ਰਗਟ ਹੋਈ ਅਤੇ ਇਸ ਨੂੰ ਸ਼ਿਕਾਗੋ ਨਾਮਕ ਘਰ ਵਿੱਚ ਨਿਲਾਮ ਕੀਤਾ ਗਿਆ। ਹਾਲਾਂਕਿ ਕਿਸੇ ਨੇ ਤਸਵੀਰ ਦੀ ਕੀਮਤ ਨੂੰ ਨਹੀਂ ਪਛਾਣਿਆ, ਇਸੇ ਕਾਰਨ ਇਸ ਤਸਵੀਰ ਨੂੰ ਲਗਭਗ $1000 ਵਿੱਚ ਨਿਲਾਮ ਕੀਤਾ ਗਿਆ। ਹਾਲਾਂਕਿ ਨਾ ਤਾਂ ਖਰੀਦਦਾਰ ਅਤੇ ਨਾ ਹੀ ਵੇਚਣ ਵਾਲੇ ਨੇ ਇਹ ਮਹਿਸੂਸ ਕੀਤਾ ਕਿ ਤਸਵੀਰ ਕਿੰਨੀ ਮਸ਼ਹੂਰ ਸੀ। ਕੁਝ ਸਮੇਂ ਬਾਅਦ ਇਸ ਤਸਵੀਰ ਨੂੰ ਇੱਕ ਵਾਰ ਫਿਰ ਨਿਲਾਮ ਕੀਤਾ ਗਿਆ ਅਤੇ ਲਗਭਗ $50,000 ਵਿੱਚ ਵੇਚੀ ਗਈ। ਮੈਨੂੰ ਇੱਕ ਕਲਾਕਾਰੀ ਦੀ ਮੁਦਰਾ ਕੀਮਤ ਦੀ ਪੜਤਾਲ ਕਰਨ ਲਈ ਪਛਤਾਵਾ ਹੈ, ਪਰ ਇਹ ਸਿਰਫ ਆਸਾਨੀ ਨਾਲ ਸਮਝਣ ਲਈ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਲੋਕ ਤਸਵੀਰ ਦੀ ਕੀਮਤ ਨਹੀਂ ਜਾਣਦੇ ਉਹ ਇਸ ਦੇ ਹੱਕਦਾਰ ਹਨ? ਉਹ ਇਸ ਦੇ ਮਾਲਕ ਹੋਣ ਦੇ ਯੋਗ ਨਹੀਂ ਹਨ। ਇਸ ਤਰ੍ਹਾਂ ਜਿਹੜੇ ਲੋਕ ਸਬਤ ਦੇ ਦਿਨ ਦਾ ਮਹੱਤਵ ਨਹੀਂ ਜਾਣਦੇ ਉਹ ਇਸ ਸਮੇਂ ਦੁਨੀਆ ਵਿੱਚ ਭਟਕ ਰਹੇ ਹੋਣਗੇ। ਜਿਹੜੇ ਲੋਕ ਸਬਤ ਦੇ ਦਿਨ ਦੇ ਮਹੱਤਵ ਨੂੰ ਜਾਣਦੇ ਹਨ ਉਹ ਭਾਵੇਂ ਕੁਝ ਵੀ ਹੋ ਜਾਵੇ ਪਰਮੇਸ਼ਵਰ ਦੇ ਕੋਲ ਆਉਣਗੇ, ਕਿਉਂਕਿ ਉਹ ਜਾਣਦੇ ਹਨ ਕਿ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਪਵਿੱਤਰ ਆਰਾਧਨਾ ਵਿੱਚ ਭਾਗ ਲੈਣ ਅਤੇ ਆਸ਼ੀਸ਼ ਪ੍ਰਾਪਤ ਕਰਨਾ ਕਿਸੇ ਵੀ ਚੀਜ਼ ਤੋਂ ਕਿਤੇ ਜ਼ਿਆਦਾ ਕੀਮਤੀ ਹੈ। ਸਾਡੇ ਸਾਰੇ ਸਿਯੋਨ ਦੇ ਮੈਂਬਰ ਸਬਤ ਦੇ ਦਿਨ ਦੀਆਂ ਆਸ਼ੀਸ਼ਾਂ ਦੇ ਹੱਕਦਾਰ ਹਨ। ਇਹ ਹਫ਼ਤੇ ਦਾ ਉਹੀ ਇੱਕ ਦਿਨ ਹੈ, ਤਦ ਵੀ ਜਿਹੜੇ ਸਬਤ ਨਹੀਂ ਮੰਨਦੇ ਉਹਨਾਂ ਲਈ ਇਹ ਅਰਥਹੀਨ ਹੈ। ਇਹ ਹਫ਼ਤੇ ਦਾ ਸਿਰਫ ਇੱਕ ਸਧਾਰਨ ਦਿਨ ਆਰਾਮ ਕਰਨ ਦਾ ਦਿਨ ਹੈ। ਇਸ ਲਈ ਜਿਹੜੇ ਲੋਕ ਕਿਸੇ ਚੀਜ਼ ਦੀ ਕੀਮਤ ਨਹੀਂ ਜਾਣਦੇ ਉਹ ਉਹਨਾਂ ਲੋਕਾਂ ਤੋਂ ਵੱਖਰੇ ਨਹੀਂ ਹਨ ਜਿਨ੍ਹਾਂ ਨੇ ਇਸ ਦਾ ਮਾਲਕ ਹੋਣਾ ਗਵਾ ਦਿੱਤਾ ਹੈ। ਇਹ ਸਵਰਗ ਦੇ ਰਾਜ ਤੇ ਵੀ ਲਾਗੂ ਹੁੰਦਾ ਹੈ। ਜਿਹੜੇ ਲੋਕ ਸਵਰਗ ਦੇ ਰਾਜ ਦੀ ਕੀਮਤ ਨੂੰ ਜਾਣਦੇ ਹਨ ਉਹ ਇਸ ਨੂੰ ਵਿਰਾਸਤ ਵਿੱਚ ਪਾ ਸਕਦੇ ਹਨ। ਪ੍ਰਚਾਰ ਦੇ ਨਾਲ ਵੀ ਅਜਿਹਾ ਹੀ ਹੈ। ਸਿਰਫ ਉਹ ਜਿਹੜੇ ਪ੍ਰਚਾਰ ਦੀ ਕੀਮਤ ਨੂੰ ਜਾਣਦੇ ਹਨ ਉਹ ਪ੍ਰਚਾਰ ਦੇ ਦੁਆਰਾ ਦਿੱਤੇ ਗਏ ਪਰਮੇਸ਼ਵਰ ਦੇ ਵਾਅਦੇ ਦੀ ਕੀਮਤ ਨੂੰ ਮਹਿਸੂਸ ਕਰ ਸਕਦੇ ਹਨ। ਇਸ ਲਈ ਉਹ ਅਤਿਆਚਾਰ, ਮੁਸ਼ਕਲਾਂ ਅਤੇ ਦੂਜੇ ਲੋਕਾਂ ਦੇ ਦ੍ਰਿਸ਼ਟੀਕੋਣ ਤੋਂ ਪ੍ਰਭਾਵਿਤ ਨਹੀਂ ਹੁੰਦੇ। ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣ ਕਰਦੇ ਹੋਏ ਅਤੇ ਵਿਸ਼ਵਾਸ ਕਰਦੇ ਹੋਏ ਕਿ ਜੀਵਨ ਦੇ ਵਚਨ ਸੁਣੇ ਬਿਨਾਂ ਮਨੁੱਖ ਜਾਤੀ ਬਚਾਈ ਨਹੀਂ ਜਾ ਸਕਦੀ, ਉਹ ਖੁਸ਼ਖਬਰੀ ਦੇ ਪ੍ਰਚਾਰ ਦੇ ਹੈਰਾਨੀਜਨਕ ਮਿਸ਼ਨ ਨੂੰ ਪੂਰਾ ਕਰ ਰਹੇ ਹਨ। ਉਹੀ ਆਗਿਆਕਾਰੀਤਾ ਦੀ ਕੀਮਤ ਨੂੰ ਜਾਣਨ ਲਈ ਵੀ ਲਾਗੂ ਹੁੰਦਾ ਹੈ। ਆਗਿਆਕਾਰੀਤਾ ਦੀ ਕੀਮਤ ਜਾਣਨ ਵਾਲੇ ਹੀ ਆਗਿਆਕਾਰੀ ਹੋ ਸਕਦੇ ਹਨ।
ਜਿਹੜੇ ਲੋਕ ਆਗਿਆਕਾਰੀ ਦੀ ਕੀਮਤ ਨਹੀਂ ਜਾਣਦੇ ਉਹ ਸੋਚ ਸਕਦੇ ਹਨ ਇਹ ਉਸ ਤੋਂ ਵਧੀਆ ਹੈ, ਇਹ ਤਰੀਕਾ ਉਸ ਤਰੀਕੇ ਤੋਂ ਵਧੀਆ ਹੈ। 전부 뭐든지 ਸਭ ਗੱਲਾਂ ਵਿੱਚ ਉਹ ਦਾਅਵਾ ਕਰਦੇ ਹਨ ਕਿ ਉਹਨਾਂ ਦੀ ਸੋਚ ਪਰਮੇਸ਼ਵਰ ਦੀ ਸੋਚ ਤੋਂ ਵਧੀਆ ਹੈ। 주장할 수밖에 없습니다. ਅਜਿਹਾ ਇਸ ਲਈ ਹੈ 생각에 대한 ਕਿਉਂਕਿ ਉਹ ਪਰਮੇਸ਼ਵਰ ਦੀ ਸੋਚ ਦੀ ਕੀਮਤ ਨੂੰ ਨਹੀਂ ਜਾਣਦੇ। 가치를 모르는 자들 ਜਿਹੜੇ ਲੋਕ ਕਿਸੇ ਚੀਜ਼ ਦੀ ਕੀਮਤ ਨੂੰ ਨਹੀਂ ਜਾਣਦੇ ਉਹ ਕਦੇ ਵੀ ਇਸ ਦੇ ਮਾਲਕ ਨਹੀਂ ਹੋ ਸਕਦੇ, ਭਾਵੇਂ ਉਹ ਸਰੀਰਕ ਵਸਤੂ ਹੋਵੇ ਜਾਂ ਵਿਸ਼ਵਾਸ ਹੋਵੇ ਜਾਂ ਆਗਿਆਕਾਰੀਤਾ ਹੋਵੇ ਜਾਂ ਫਿਰ ਸਵਰਗ ਦਾ ਰਾਜ ਹੋਵੇ। 천국의 ਸਿਰਫ ਉਹੀ ਜਿਹੜੇ ਸਵਰਗ ਦੇ ਰਾਜ ਦੀ ਕੀਮਤ ਨੂੰ ਜਾਣਦੇ ਹਨ ਉਹ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਤੇ ਆਤਮ ਵਿਸ਼ਵਾਸ ਨਾਲ ਵਿਸ਼ਵਾਸ ਕਰ ਸਕਦੇ ਹਨ, 경외할 수 있고 ਉਹਨਾਂ ਦਾ ਸਤਿਕਾਰ ਕਰ ਸਕਦੇ ਹਨ ਅਤੇ ਉਹਨਾਂ ਦੀਆਂ ਸਾਰੀਆਂ ਸਿੱਖਿਆਵਾਂ ਦਾ ਪਾਲਨ ਕਰ ਸਕਦੇ ਹਨ। ਪਰਮੇਸ਼ਵਰ ਨੇ ਕਿਹਾ ਉਹ ਆਕਾਸ਼ ਦੇ ਤਾਰਿਆਂ ਦੇ ਵਾਂਗ ਸਦਾ ਚਮਕਦੇ ਰਹਿਣਗੇ। ਸਿਰਫ ਉਹ ਜਿਹੜੇ ਪ੍ਰਚਾਰ ਦੀ ਕੀਮਤ ਨੂੰ ਸਮਝਦੇ ਹਨ ਉਹ ਇੱਕ ਇੱਕ ਕਰਕੇ ਆਤਮਾਵਾਂ ਨੂੰ ਬਚਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰ ਸਕਦੇ ਹਨ 있어서 ਅਤੇ ਪਰਮੇਸ਼ਵਰ ਦੀ ਵਾਅਦਾ ਕੀਤੀ ਗਈ ਆਸ਼ੀਸ਼ ਪ੍ਰਾਪਤ ਕਰ ਸਕਦੇ ਹਨ। 이 땅에 ਜਿਹੜੇ ਲੋਕ ਸੰਸਾਰਿਕ ਵਸਤੂਆਂ ਨੂੰ ਆਤਮਿਕ ਵਸਤੂਆਂ ਤੋਂ ਜ਼ਿਆਦਾ ਕੀਮਤੀ ਸਮਝਦੇ ਹਨ 천국에 대한 ਉਹ ਸਵਰਗ ਵਿੱਚ ਵਿਸ਼ਵਾਸ ਕਦੇ ਨਹੀਂ ਕਰ ਸਕਦੇ, 하늘나라 ਜਦ ਕਿ ਜਿਹੜੇ ਲੋਕ ਅਸਲ ਵਿੱਚ ਸਵਰਗ ਦੇ ਰਾਜ ਦੀ ਕੀਮਤ ਨੂੰ ਜਾਣਦੇ ਹਨ 이 땅에 ਉਹ ਹਮੇਸ਼ਾ ਸਵਰਗੀ ਵਸਤੂਆਂ ਦੀ ਚੋਣ ਕਰਨਗੇ, ਭਾਵੇਂ ਹੀ ਉਹ ਸੰਸਾਰਿਕ ਚੀਜ਼ਾਂ ਨੂੰ ਗਵਾ ਦੇਣ ਜਾਂ ਕੋਈ ਨੁਕਸਾਨ ਝੱਲਣ। ਸਾਰੇ ਲੋਕੋ ਜਿਹੜੇ ਲੋਕ ਕਿਸੇ ਚੀਜ਼ ਦੀ ਕੀਮਤ ਨਹੀਂ ਜਾਣਦੇ ਉਸ ਨੂੰ ਪਾਉਣ ਦੇ ਯੋਗ ਨਹੀਂ ਹਨ। ਜੇ ਵੇਚਣ ਵਾਲੇ ਨੂੰ ਮਿਨਰਵਾ ਦੀ ਤਸਵੀਰ ਦੀ ਕੀਮਤ ਪਤਾ ਹੁੰਦੀ 아는 사람 같으면 ਤਦ ਕਿ ਉਹ ਇਸ ਨੂੰ ਸਿਰਫ 1000 ਰੁਪਏ ਵਿੱਚ ਵੇਚਦਾ। 또 판매할 수가 있겠습니까? 17ਵੀਂ ਸਦੀ ਤੱਕ ਇਟਲੀ ਵਿੱਚ ਇਸ ਤਸਵੀਰ ਨੂੰ ਇੱਕ ਮਹਾਨ ਕਲਾਕਾਰੀ ਮੰਨਿਆ ਜਾਂਦਾ ਸੀ। 예술품으로 평가를 받았던 그 작품을 말이죠. ਜਿਹੜੇ ਲੋਕ ਸਵਰਗ ਦੀ ਕੀਮਤ, ਨਵੇਂ ਨੇਮ ਦੀ ਕੀਮਤ, ਸਬਤ ਦੀ ਕੀਮਤ ਅਤੇ ਫਸਾਦ ਦੀ ਕੀਮਤ ਨੂੰ ਨਹੀਂ ਜਾਣਦੇ 유월절의 가치를 ਉਹ ਨਾ ਤੇ ਉਹਨਾਂ ਤੇ ਆਪਣਾ ਮਨ ਲਾ ਸਕਦੇ ਹਨ 가치를 ਅਤੇ ਨਾ ਹੀ ਉਹਨਾਂ ਦੇ ਮਾਲਕ ਬਣਨ ਦੇ ਹੱਕਦਾਰ ਹੋ ਸਕਦੇ ਹਨ ਕਿਉਂਕਿ ਉਹ ਉਹਨਾਂ ਦੀ ਕੀਮਤ ਨੂੰ ਨਹੀਂ ਜਾਣਦੇ ਹਨ। 하나님께서 ਪਰਮੇਸ਼ਵਰ ਨੇ ਉਹਨਾਂ ਵਿੱਚ ਕਿੰਨੀਆਂ ਕੀਮਤੀ ਆਸ਼ੀਸ਼ਾਂ ਤੇ ਵਾਅਦੇ ਰੱਖੇ ਹਨ। 약속 얼마나 많이 있습니까? 우리가 돌아갈 ਸੰਦੀਪਕ ਸਵਰਗ ਦੇ ਰਾਜ ਲਈ ਵੀ ਇਹ ਸਿਧਾਂਤ ਲਾਗੂ ਹੁੰਦਾ ਹੈ। 궁창의 ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ, ਤਾਰਿਆਂ ਵਾਂਗਰ ਜੁਗੋ ਜੁਗ ਤਿੱਕਰ। ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ, ਨਾ ਰੋਣਾ, ਨਾ ਦੁੱਖ ਹੋਵੇਗਾ। ਜਿਹੜਾ ਜਿੱਤਣ ਵਾਲਾ ਹੈ ਉਹ ਇਹਨਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ। 나라의 ਪਰ ਤੁਸੀਂ ਚੁਣਿਆ ਹੋਇਆ ਵੰਸ਼, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ਵਰ ਦੀ ਖਾਸ ਪ੍ਰਜਾ ਹੋ, ਭਾਈ ਤੁਸੀਂ ਉਹਦੀਆਂ ਗੁਣਾਂ ਦਾ ਪ੍ਰਚਾਰ ਕਰੋ। ਜਿਹੜੇ ਲੋਕ ਇਹ ਨਹੀਂ ਜਾਣਦੇ ਕਿ ਸਵਰਗ ਕਿੰਨਾ ਮਹਾਨ ਅਤੇ ਕੀਮਤੀ ਹੈ ਉਹ ਇਸ ਵਿੱਚ ਪ੍ਰਵੇਸ਼ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਨਹੀਂ ਕਰ ਸਕਦੇ। 여기에서 어떤 ਆਖਰਕਾਰ ਉਹ ਆਪਣੇ ਵਿਸ਼ਵਾਸ ਦੇ ਜੀਵਨ ਵਿੱਚ ਕੋਈ ਖੁਸ਼ੀ ਅਤੇ ਉਤਸ਼ਾਹ ਮਹਿਸੂਸ ਨਹੀਂ ਕਰਨਗੇ, ਬਲਕਿ ਉਹ ਇਸ ਦੇ ਬਦਲੇ ਭਾਰ ਅਤੇ ਬੰਨੇ ਹੋਏ ਮਹਿਸੂਸ ਕਰਨਗੇ। 어떤 불편 ਉਹਨਾਂ ਦਾ ਵਿਸ਼ਵਾਸ ਦਾ ਜੀਵਨ ਉਹਨਾਂ ਲਈ ਇੱਕ ਅਸੁਵਿਧਾ ਹੋਵੇਗੀ। ਅਜਿਹੇ ਲੋਕ ਸਵਰਗ ਦੇ ਵਾਰਿਸ ਦੇ ਯੋਗ ਨਹੀਂ ਹਨ। 천국을 소유할 자격이 없습니다. 가치를 모르는 자는 ਜਿਹੜੇ ਲੋਕ ਸਵਰਗ ਮੁਕਤੀ ਜਾਂ ਵਿਸ਼ਵਾਸ ਰੱਖਣ ਦੀ ਕੀਮਤ ਨੂੰ ਵੀ ਨਹੀਂ ਜਾਣਦੇ 무언이든 ਉਹ ਉਹਨਾਂ ਵਿੱਚੋਂ ਕਿਸੇ ਦੇ ਵੀ ਯੋਗ ਨਹੀਂ ਹਨ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਇਸ ਦੀ ਕੀਮਤ ਜਾਣਨੀ ਚਾਹੀਦੀ ਹੈ। 우리가 이 ਨਵੇਂ ਨੇਮ ਦੇ ਸੇਵਕਾਂ ਦੇ ਰੂਪ ਵਿੱਚ ਪਰਮੇਸ਼ਵਰ ਦੁਆਰਾ ਬੁਲਾਇਆ ਜਾਣਾ ਸਾਡੇ ਲਈ ਕਿੰਨੀ ਵੱਡੀ ਆਸ਼ੀਸ਼ ਹੈ 하나님의 자 ਕਿਉਂਕਿ ਅਸੀਂ ਸਿਓਨ ਵਿੱਚ ਇਕੱਠੇ ਹੋਏ ਹਾਂ। ਇਸ ਲਈ ਅਸੀਂ ਪਰਮੇਸ਼ਵਰ ਦੀ ਸੰਤਾਨਾਂ ਦੇ ਰੂਪ ਵਿੱਚ ਪਰਮੇਸ਼ਵਰ ਦੀ ਉਸਤਤ ਗਾ ਸਕਦੇ ਹਾਂ ਅਤੇ ਆਰਾਧਨਾ ਕਰ ਸਕਦੇ ਹਾਂ। ਇਹ ਅਧਿਕਾਰ ਕਿੰਨਾ ਕੀਮਤੀ ਹਨ। ਸਾਰੇ ਲੋਕੋ ਕਿ ਤੁਸੀਂ ਕੈਦੀਆਂ ਦੇ ਜੀਵਨ ਦੀ ਈਰਖਾ ਕਰਦੇ ਹੋ। ਸਵਰਗਦੂਤਾਂ ਦੀਆਂ ਅੱਖਾਂ ਵਿੱਚ ਧਰਤੀ ਇੱਕ ਪਨਾਹ ਨਗਰ ਹੈ। 범죄한 ਇਹ ਇੱਕ ਜੇਲ੍ਹ ਹੈ ਜਿੱਥੇ ਪਾਪ ਕਰਨ ਵਾਲੀਆਂ ਆਤਮਾਵਾਂ ਇਕੱਠੀਆਂ ਰਹਿੰਦੀਆਂ ਹਨ। ਪਰ ਸਵਰਗਦੂਤ ਕਿਸ ਤੋਂ ਈਰਖਾ ਕਰਦੇ ਹਨ? ਸਵਰਗੀय ਸਵਰਗਦੂਤ ਉਹਨਾਂ ਆਤਮਾਵਾਂ ਤੋਂ ਈਰਖਾ ਕਰਦੇ ਹਨ ਜਿਹੜੇ ਨਵੇਂ ਨੇਮ ਦੀ ਸੱਚਾਈ ਦੇ ਦੁਆਰਾ ਸਵਰਗੀ ਪਿਤਾ ਤੇ ਮਾਤਾ ਜੀ ਨੂੰ ਕਬੂਲ ਕਰਦੇ ਹਨ। ਪਿਤਾ ਤੇ ਮਾਤਾ ਜੀ ਉਹਨਾਂ ਆਤਮਾਵਾਂ ਦੀ ਦੇਖਭਾਲ ਕਰਦੇ ਹਨ ਅਤੇ ਉਹਨਾਂ ਨੂੰ ਮੁਕਤੀ ਪ੍ਰਦਾਨ ਕਰਦੇ ਹਨ। ਇਸ ਕਾਰਨ ਸਵਰਗਦੂਤ ਵੀ ਇਹ ਪੁੱਛਦੇ ਹੋਏ ਕਿ ਨਵਾਂ ਨੇਮ ਕੀ ਹੈ ਉਸ ਨੂੰ ਦੇਖ ਦੀ ਲਾਲਸਾ ਕਰਦੇ ਹਨ। 천사 ਸਵਰਗਦੂਤਾਂ ਦੀ ਦੁਨੀਆ ਦੀ ਤੁਲਨਾ ਵਿੱਚ ਧਰਤੀ ਤੇ ਅਜਿਹਾ ਕੁਝ ਵੀ ਨਹੀਂ ਹੈ ਜਿਸ ਦੀ ਸਵਰਗਦੂਤ ਈਰਖਾ ਕਰਦੇ ਹਨ। 그러나 ਹਾਲਾਂਕਿ ਸਿਰਫ ਇੱਕ ਹੀ ਚੀਜ਼ ਹੈ ਜਿਸ ਤੋਂ ਸਵਰਗਦੂਤ ਈਰਖਾ ਕਰਦੇ ਹਨ। ਉਹ ਉਹਨਾਂ ਲੋਕਾਂ ਤੋਂ ਈਰਖਾ ਕਰਦੇ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਨਵੇਂ ਨੇਮ ਦੇ ਦੁਆਰਾ ਆਪਣੇ ਆਪ ਨੂੰ ਬਲੀਦਾਨ ਕਰਕੇ ਵੀ ਬਚਾਉਂਦੇ ਹਨ। ਸਵਰਗਦੂਤ ਹੈਰਾਨ ਹੁੰਦੇ ਹਨ ਉਹ ਸਭ ਪਾਪੀ ਹਨ। ਅਜਿਹਾ ਕਿਉਂ ਹੈ ਕਿ ਪਰਮੇਸ਼ਵਰ ਉਹਨਾਂ ਤੇ ਅਜਿਹਾ ਕਿਰਪਾ ਕਰਦੇ ਹਨ? 천사 ਨਵੇਂ ਨੇਮ ਵਿੱਚ ਸਾਡਾ ਜੀਵਨ ਇੰਨਾ ਕੀਮਤੀ ਜੀਵਨ ਹੈ 이런 ਕਿ ਸਵਰਗਦੂਤ ਵੀ ਇਸ ਨੂੰ ਦੇਖਣ ਦੀ ਲਾਲਸਾ ਕਰਦੇ ਹਨ। ਜੇ ਅਸੀਂ ਸਵਰਗ ਦੇ ਰਾਜ ਦੀ ਕੀਮਤ ਨੂੰ ਨਹੀਂ ਜਾਣਦੇ 알지 못하면 절대 우리 ਤਦ ਅਸੀਂ ਇਸ ਨੂੰ ਕਦੇ ਵਿਰਾਸਤ ਵਿੱਚ ਨਹੀਂ ਪ੍ਰਾਪਤ ਕਰ ਸਕਦੇ। ਜਿਹੜੇ ਲੋਕ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੀ ਕੀਮਤ ਨਹੀਂ ਜਾਣਦੇ ਉਹ ਕਦੇ ਵੀ ਇਸ ਵਿੱਚ ਭਾਗ ਨਹੀਂ ਲੈ ਸਕਦੇ। ਸਾਨੂੰ ਪ੍ਰਚਾਰ ਦੀ ਕੀਮਤ ਨੂੰ ਜਾਣਨਾ ਚਾਹੀਦਾ ਹੈ। 순종 ਸਾਨੂੰ ਪਰਮੇਸ਼ਵਰ ਦੇ ਵਚਨਾਂ ਨੂੰ ਪਾਲਣ ਕਰਨ ਦੀ ਕੀਮਤ ਵੀ ਜਾਣਨੀ ਚਾਹੀਦੀ ਹੈ। ਸਾਨੂੰ ਕੀਮਤ ਜਾਣੇ ਬਿਨਾ ਅੰਨ੍ਹੇਵਾਹ ਹੁਕਮ ਨਹੀਂ ਮੰਨਣਾ ਚਾਹੀਦਾ। 하나님께서
ਪਰਮੇਸ਼ਵਰ ਧਰਤੀ ਤੇ ਕਿਉਂ ਆਏ? 무엇 하러 오셨습니까? ਉਹ ਸਾਨੂੰ ਬਚਾਉਣ ਲਈ ਆਏ। 그렇지 않습니까? 하나님께서 ਇਸ ਲਈ ਆਗਿਆਕਾਰਿਤਾ ਉਸ ਮੁਕਤੀ ਦੇ ਰਾਹ ਦਾ ਪਿੱਛਾ ਕਰਨਾ ਹੈ 할 수 있는 그 길을 ਜਿਸ ਨੂੰ ਪਰਮੇਸ਼ਵਰ ਨੇ ਸਾਨੂੰ ਇਹ ਕਹਿ ਕੇ ਨਿਰਦੇਸ਼ ਦਿੱਤਾ ਹੈ, ਇਸ ਰਾਹ ਤੇ ਚੱਲੋ। ਜਦ ਲੋਕ ਆਗਿਆਕਾਰਿਤਾ ਦੀ ਕੀਮਤ ਨਹੀਂ ਜਾਣਦੇ ਤਦ ਉਹਨਾਂ ਲਈ ਇਹ ਸੋਚ ਕੇ ਪਰਮੇਸ਼ਵਰ ਦੇ ਨਿਰਦੇਸ਼ਾਂ ਦਾ ਪਾਲਣ ਕਰਨਾ ਦਰਦਨਾਕ ਹੁੰਦਾ ਹੈ। ਮੈਂ ਇਸ ਨੂੰ ਇਸ ਤਰ੍ਹਾਂ ਕਰਨਾ ਪਸੰਦ ਨਹੀਂ ਕਰਦਾ। ਉਹਨਾਂ ਲੋਕਾਂ ਦੇ ਬਾਰੇ ਵਿੱਚ ਕੀ ਜਿਹੜੇ ਕੀਮਤ ਮਹਿਸੂਸ ਕਰਦੇ ਹਨ, ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਯੀਸ਼ੂ ਨੇ ਇੱਕ ਖੇਤ ਵਿੱਚ ਲੁਕੇ ਖਜ਼ਾਨੇ ਦੇ ਦ੍ਰਿਸ਼ਟਾਂਤ ਦੇ ਦੁਆਰਾ ਇਸ ਦੀ ਕੀਮਤ ਦੇ ਬਾਰੇ ਦੱਸਿਆ। 그 내용을 ਮੈਂ ਇਸ ਦਾ ਸੰਖੇਪ ਵੇਰਵਾ ਦਿੰਦਾ ਹਾਂ। 어떤 한 ਜਦ ਇੱਕ ਮਨੁੱਖ ਖੇਤ ਵਾਹ ਰਿਹਾ ਸੀ, 갈다가 보니까 ਉਸ ਨੂੰ ਜ਼ਮੀਨ ਵਿੱਚ ਖੜਖੜ ਆਵਾਜ਼ ਨਾਲ ਅਟਕਣ ਮਹਿਸੂਸ ਹੋਈ। 속에서 뭐 걸리는 게 있었습니다. 엄청난 ਉਸਨੇ ਇੱਕ ਬਹੁਤ ਵੱਡਾ ਖਜ਼ਾਨਾ ਪਾਇਆ। ਸ਼ਾਇਦ ਕਈ ਸਦੀਆਂ ਪਹਿਲਾਂ 수세기 ਕਿਸੇ ਨੇ ਖਜ਼ਾਨੇ ਨੂੰ ਉੱਥੇ ਹੀ ਦਫਨਾ ਦਿੱਤਾ ਸੀ। 보물 같아요. ਉਹਨਾਂ ਦਿਨਾਂ ਵਿੱਚ ਇਜ਼ਰਾਈਲ ਦੇ ਨਿਯਮਾਂ ਦੇ ਅਨੁਸਾਰ ਖੇਤ ਦਾ ਮਾਲਕ ਆਪਣੇ ਖੇਤ ਵਿੱਚ ਆਉਣ ਵਾਲੇ ਹਰ ਚੀਜ਼ ਦਾ ਹੱਕਦਾਰ ਸੀ। 소유할 수 있는 자격이 있었습니다. ਜਦ ਉਸ ਆਦਮੀ ਨੂੰ 이 사람은 ਇੱਕ ਖੇਤ ਵਿੱਚ ਹਲ ਚਲਾਉਂਦੇ ਸਮੇਂ ਇੱਕ ਵੱਡਾ ਖਜ਼ਾਨਾ ਲੁਕਿਆ ਹੋਇਆ ਮਿਲਿਆ ਜੋ ਕਿਸੇ ਹੋਰ ਦਾ ਸੀ, ਤਦ ਉਸਨੇ ਸੋਚਿਆ ਮੈਂ ਇਸ ਖਜ਼ਾਨੇ ਨੂੰ ਕਾਨੂੰਨੀ ਤੌਰ ਤੇ ਆਪਣਾ ਕਿਵੇਂ ਬਣਾ ਸਕਦਾ ਹਾਂ। 소유가 되지 아니하면 ਜਦ ਤੱਕ ਉਹ ਖੇਤ ਦਾ ਮਾਲਕ ਨਹੀਂ ਬਣ ਜਾਂਦਾ ਉਹ ਉਸ ਤੇ ਕਬਜ਼ਾ ਨਹੀਂ ਕਰ ਸਕਦਾ ਸੀ। ਜੇ ਉਹ ਖਜ਼ਾਨੇ ਨੂੰ ਆਪਣਾ ਬਣਾਉਂਦਾ ਤਦ ਉਹ ਇੱਕ ਗੰਭੀਰ ਅਪਰਾਧੀ ਹੁੰਦਾ। 자기 집안에 ਇਸ ਲਈ ਉਸਨੇ ਖੇਤ ਖਰੀਦਣ ਲਈ ਆਪਣੇ ਘਰ ਦਾ ਸਭ ਕੁਝ ਵੇਚਣਾ ਸ਼ੁਰੂ ਕਰ ਦਿੱਤਾ। ਜਦ ਉਹ ਉਸ ਖੇਤ ਦੀ ਕੀਮਤ ਦੀ ਤੁਲਨਾ ਉਸ ਕੀਮਤ ਨਾਲ ਕਰਦਾ ਸੀ ਜੋ ਉਸ ਦੇ ਕੋਲ ਵਰਤਮਾਨ ਵਿੱਚ ਸੀ, 가치가 훨씬 ਤਦ ਉਸ ਖੇਤ ਦੀ ਕੀਮਤ ਕਿਤੇ ਜ਼ਿਆਦਾ ਸੀ। 것이죠. 그러니까 뭘 ਇਸ ਲਈ ਉਹ ਆਪਣੀ ਸਾਰੀ ਜਾਇਦਾਦ ਵੇਚ ਕੇ ਖੁਸ਼ ਸੀ ਅਤੇ ਸੋਚ ਰਿਹਾ ਸੀ ਖੇਤ ਵਿੱਚ ਲੁਕਿਆ ਖਜ਼ਾਨਾ ਹੁਣ ਮੇਰਾ ਹੋ ਸਕਦਾ ਹੈ। 걸 생각을 하니까 말이죠. ਕਿਉਂਕਿ ਉਹ ਖੇਤ ਵਿੱਚ ਲੁਕੇ ਖਜ਼ਾਨੇ ਦੀ ਕੀਮਤ ਜਾਣਦਾ ਸੀ, ਤਦ ਉਸਨੇ ਉਸ ਖੇਤ ਨੂੰ ਪਾਉਣ ਲਈ ਆਪਣਾ ਮਨ ਲਾਇਆ। 다른 것은 ਭਾਵੇਂ ਉਸਨੇ ਆਪਣਾ ਸਭ ਕੁਝ ਬਲੀਦਾਨ ਕਰ ਦਿੱਤਾ, ਫਿਰ ਵੀ ਜਦ ਉਹ ਖਜ਼ਾਨੇ ਦੇ ਬਾਰੇ ਸੋਚਦਾ ਸੀ ਤਦ ਉਹ ਖੁਸ਼ ਹੋ ਜਾਂਦਾ ਸੀ। 우리 예수님께서 ਯੀਸ਼ੂ ਨੇ ਕਿਹਾ ਸਵਰਗ ਦਾ ਰਾਜ ਇਸ ਦ੍ਰਿਸ਼ਟਾਂਤ ਵਰਗਾ ਹੈ। ਸਾਰੇ ਲੋਕੋ, 여러분 가치를 모르는 자는 ਜਿਹੜੇ ਲੋਕ ਕਿਸੇ ਚੀਜ਼ ਦੀ ਕੀਮਤ ਨਹੀਂ ਜਾਣਦੇ ਉਹ ਕਦੇ ਵੀ ਉਸ ਦੇ ਹੱਕਦਾਰ ਨਹੀਂ ਹੋ ਸਕਦੇ। 그래서 ਪਰਮੇਸ਼ਵਰ ਨੇ ਸਿਯੋਨ ਦੀ ਕੀਮਤ, 하나님께서 허락해 주신 시온의 ਨਵੇਂ ਨੇਮ ਦੀ ਕੀਮਤ, ਸਬਤ ਦੀ ਕੀਮਤ, 안식일 ਫਸਾਦ ਦੀ ਕੀਮਤ, 6월절의 ਪਰਮੇਸ਼ਵਰ ਦੇ ਪਰਵਾਂ ਦੀ ਕੀਮਤ 절기에 대한 ਪ੍ਰਦਾਨ ਕੀਤੀ ਹੈ। 이런 어떤 ਪਰਮੇਸ਼ਵਰ ਸਾਨੂੰ ਹਰ ਸਬਤ ਦੇ ਦਿਨ 가지 우리가 ਆਪਣੇ ਵਚਨਾਂ ਦੇ ਦੁਆਰਾ ਕਈ ਕੀਮਤਾਂ ਸਿਖਾਉਂਦੇ ਹਨ। 지금 배우고 있습니다. 그걸 ਇਨ੍ਹਾਂ ਕੀਮਤਾਂ ਦੇ ਦੁਆਰਾ ਪਰਮੇਸ਼ਵਰ ਸਾਨੂੰ ਸਾਡੀਆਂ ਆਤਮਾਵਾਂ ਦੀ ਮੁਕਤੀ ਦੇਣਾ ਚਾਹੁੰਦੇ ਹਨ ਜੋ ਸਾਡੇ ਵਿਸ਼ਵਾਸ ਦਾ ਪ੍ਰਤੀਫਲ ਹੈ, 구원받는 사람들이 ਅਤੇ ਉਹ ਸਾਰੇ ਜਿਹੜੇ ਬਚਾਏ ਜਾਂਦੇ ਹਨ ਸਵਰਗ ਦੇ ਰਾਜ ਦੇ ਵਾਰਿਸ ਹੋਣਗੇ, ਹੈ ਨਾ? ਕਿਉਂਕਿ ਸਵਰਗ ਦਾ ਰਾਜ ਉਹਨਾਂ ਲੋਕਾਂ ਲਈ ਤਿਆਰ ਹੈ ਜਿਹੜੇ ਇਸ ਦੀ ਕੀਮਤ ਨੂੰ ਜਾਣਦੇ ਹਨ। ਤਦ ਉਹ ਹਰ ਦਿਨ ਖੁਸ਼ ਹੁੰਦੇ ਹਨ, ਭਾਵੇਂ ਹੀ ਉਹਨਾਂ ਨੂੰ ਥੋੜਾ ਜਿਹਾ ਨੁਕਸਾਨ ਚੁਕਾਉਣਾ ਪੈਂਦਾ ਹੈ, ਭਾਵੇਂ ਹੀ ਜੇ ਉਹਨਾਂ ਨੂੰ ਸਤਾਇਆ ਜਾਂਦਾ ਹੈ ਅਤੇ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ, ਫਿਰ ਵੀ ਉਹ ਹਮੇਸ਼ਾ ਪਰਮੇਸ਼ਵਰ ਦੇ ਰਾਜ ਦੇ ਵਿਚਾਰ ਨਾਲ ਖੁਸ਼ ਅਤੇ ਆਨੰਦ ਹੁੰਦੇ ਹਨ। ਇਹ ਲੋਕ ਸਵਰਗ ਦੇ ਰਾਜ ਦੇ ਵਾਰਿਸ ਹੋਣ ਦੇ ਯੋਗ ਹਨ। 소유될 수 있는 자격이 있습니다. 이사야서 ਆਓ ਅਸੀਂ ਯਸ਼ਾਇਆ ਅਧਿਆਇ 55 ਵਚਨ 8 ਦੇਖੀਏ। 여호와의 ਕਿਉਂ ਜੋ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਨਾ ਤੁਹਾਡੇ ਰਾਹ ਮੇਰੇ ਰਾਹ ਹਨ। ਯਹੋਵਾ ਦਾ ਵਾਕ ਹੈ, 하늘이 땅 ਜਿਵੇਂ ਆਕਾਸ਼ ਧਰਤੀ ਤੋਂ ਉੱਚੇ ਹਨ ਤਿਵੇਂ ਮੇਰੇ ਰਾਹ ਤੁਹਾਡੇ ਰਾਹ ਤੋਂ ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ। 진실무망 ਇਹ ਸਾਡੇ ਪਰਮੇਸ਼ਵਰ ਦਾ ਵਚਨ ਹੈ ਜੋ ਵਿਸ਼ਵਾਸਯੋਗ ਹਨ। 말씀을 주셨습니다. 우리가 생각 ਪਰਮੇਸ਼ਵਰ ਦੇ ਖਿਆਲ ਅਤੇ ਸਾਡੇ ਖਿਆਲਾਂ ਵਿੱਚ ਆਕਾਸ਼ ਅਤੇ ਧਰਤੀ ਜਿੰਨਾ ਅੰਤਰ ਹੈ। 하니까 ਇਸ ਲਈ ਕਿ ਸਾਨੂੰ ਸਭ ਤੋਂ ਕਿਰਪਾਪੂਰਨ ਜੀਵਨ ਜਿਉਣ ਲਈ 따라가는 것이 가장 ਪਰਮੇਸ਼ਵਰ ਦੇ ਖਿਆਲਾਂ ਦਾ ਸਤਿਕਾਰ 방향과 ਅਤੇ ਉਹਨਾਂ ਦਾ ਪਾਲਣ ਨਹੀਂ ਕਰਨਾ ਚਾਹੀਦਾ। 하나님의 ਆਗਿਆਕਾਰਿਤਾ ਤਦ ਹੀ ਹੋ ਸਕਦੀ ਹੈ ਜਦ ਅਸੀਂ ਪਰਮੇਸ਼ਵਰ ਦੇ ਖਿਆਲਾਂ ਦੀ ਕੀਮਤ ਨੂੰ ਸਵੀਕਾਰ ਕਰਦੇ ਹਾਂ। ਤਦ ਅਸੀਂ ਸੱਚੇ ਵਿਸ਼ਵਾਸ ਦਾ ਨਿਰਮਾਣ ਕਰ ਸਕਦੇ ਹਾਂ 천국을 ਅਤੇ ਸਵਰਗ ਦੇ ਰਾਜ ਨੂੰ ਵਿਰਾਸਤ ਵਿੱਚ ਪਾਉਣ ਦੇ ਰਾਹ ਤੇ ਚੱਲ ਸਕਦੇ ਹਾਂ। 우리의 생각 ਆਓ ਅਸੀਂ ਉਹ ਬਣੀਏ ਜੋ ਆਪਣੇ ਖਿਆਲਾਂ ਤੋਂ ਵੱਧ ਕੇ ਪਰਮੇਸ਼ਵਰ ਦੇ ਖਿਆਲਾਂ ਨੂੰ ਮਹੱਤਵ ਦਿੰਦੇ ਹਨ ਅਤੇ ਅੰਤ ਤੱਕ ਉਹਨਾਂ ਦਾ ਪਾਲਣ ਕਰਦੇ ਹਨ। 베드로전서 1장 ਆਓ ਅਸੀਂ ਪਹਿਲਾ ਪਤਰਸ ਅਧਿਆਇ 1 ਵਚਨ 9 ਦੇਖੀਏ। 믿음의 ਅਤੇ ਆਪਣੀ ਨਿਸ਼ਚੈ ਦਾ ਫਲ ਅਰਥਾਤ ਜਾਨਾਂ ਦੀ ਮੁਕਤੀ ਪ੍ਰਾਪਤ ਕਰਦੇ ਹੋ। ਇਸੇ ਮੁਕਤੀ ਦੇ ਵਿਖੇ ਉਹਨਾਂ ਨਬੀਆਂ ਨੇ ਵੱਡੀ ਪਾਲ ਅਤੇ ਖੋਜ ਵਿਚਾਰ ਕੀਤੀ ਜਿਨ੍ਹਾਂ ਉਸ ਕਿਰਪਾ ਦੇ ਵਿਖੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ ਅਗਮ ਵਾਕ ਕੀਤਾ
ਅਤੇ ਉਹ ਇਹ ਖੋਜ ਵਿਚਾਰ ਕਰਦੇ ਸਨ ਭਾਈ ਮਸੀਹ ਦਾ ਆਤਮਾ ਜਿਹੜਾ ਉਹਨਾਂ ਵਿੱਚ ਸੀ, ਜਦ ਮਸੀਹ ਦੀਆਂ ਦੁੱਖਾਂ ਦੇ ਅਤੇ ਉਹਨਾਂ ਦੇ ਪਿੱਛੇ ਦੀ ਮਹਿਮਾ ਦੀ ਵਿਖੀ ਅੱਗੋਂ ਦੀ ਸਾਖੀ ਦਿੰਦਾ ਸੀ, ਤਦ ਉਹ ਕਿਹੜੇ ਅਥਵਾ ਕਿਹੋ ਜਿਹੇ ਸਮੇਂ ਦਾ ਪਤਾ ਦਿੰਦਾ ਸੀ। ਸੋ ਉਹਨਾਂ ਉੱਤੇ ਪ੍ਰਗਟ ਕੀਤਾ ਗਿਆ ਭਾਈ ਉਹ ਆਪਣੀ ਨਹੀਂ ਸਗੋਂ ਤੁਹਾਡੀ ਸੇਵਾ ਲਈ ਉਹ ਗੱਲਾਂ ਆਖਦੇ ਸਨ, ਜਿਨ੍ਹਾਂ ਦੀ ਖਬਰ ਹੁਣ ਤੁਹਾਨੂੰ ਉਹਨਾਂ ਦੇ ਰਾਹੀਂ ਮਿਲੀ, ਜਿਨ੍ਹਾਂ ਪਵਿੱਤਰ ਆਤਮਾ ਨਾਲ ਜੋ ਸਵਰਗੋਂ ਘੱਲਿਆ ਗਿਆ ਤੁਹਾਨੂੰ ਖੁਸ਼ਖਬਰੀ ਸੁਣਾਈ। ਤੇ ਦੂਤ ਵੱਡੀ ਚਾਅ ਨਾਲ ਇਹਨਾਂ ਗੱਲਾਂ ਨੂੰ ਕੀ ਕਰਨਾ ਚਾਹੁੰਦੇ ਹਨ? ਮਾਲੂਮ ਕਰਨਾ ਚਾਹੁੰਦੇ ਹਨ। ਹੁਣ ਅਸੀਂ ਨਵੇਂ ਨੇਮ ਦੇ ਸਾਰੇ ਸੱਚ ਸਿੱਧੇ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਤੋਂ ਸਿੱਖ ਰਹੇ ਹਾਂ, ਜਿਸ ਨੂੰ ਸਵਰਗਦੂਤ ਵੀ ਦੇਖਣ ਦੀ ਚਾਹ ਕਰਦੇ ਹਨ, ਹੈ ਨਾ? ਜਿਵੇਂ ਲਿਖਿਆ ਹੈ, ਉਹ ਸਾਨੂੰ ਆਪਣੇ ਰਾਹ ਸਿਖਾਉਣਗੇ। ਸਾਨੂੰ ਸਿੱਧੇ ਪਰਮੇਸ਼ਵਰ ਤੋਂ ਇਹ ਸਿੱਖਣ ਦਾ ਮੌਕਾ ਮਿਲਿਆ ਹੈ, ਜਦਕਿ ਦੁਨੀਆ ਦੇ ਲੋਕਾਂ ਕੋਲ ਮੌਕਾ ਨਹੀਂ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਪਿਤਾ ਅਤੇ ਮਾਤਾ ਜੀ ਤੇ ਵਿਸ਼ਵਾਸ ਕਰਦੇ ਹਾਂ। ਸਾਰੇ ਲੋਕੋ, ਅਸੀਂ ਉਹ ਲੋਕ ਹਾਂ ਜਿਹੜੇ ਅਸਲ ਵਿੱਚ ਕੀਮਤ ਜਾਣਦੇ ਹਨ ਕਿ ਬਾਈਬਲ ਇਹ ਨਹੀਂ ਕਹਿੰਦੀ ਧੰਨ ਹਨ ਉਹ ਜਿਨ੍ਹਾਂ ਨੂੰ ਪਰਮੇਸ਼ਵਰ ਦੇਖਣ, ਸੁਣਨ ਅਤੇ ਸਮਝਣ ਦੀ ਆਗਿਆ ਦਿੰਦੇ ਹਨ। ਆਓ ਅਸੀਂ ਯਿਰਮੀਆ ਅਧਿਆਇ 3 ਤੇ ਇੱਕ ਨਜ਼ਰ ਪਾਈਏ। ਪਰਮੇਸ਼ਵਰ ਨੂੰ ਜਾਣਨ ਦੀ ਕੀਮਤ ਅਰਥਾਤ ਪਿਤਾ ਤੇ ਮਾਤਾ ਜੀ ਨੂੰ ਜਾਣਨ ਦੀ ਕੀਮਤ ਦੁਨੀਆ ਵਿੱਚ ਕਿਸੇ ਵੀ ਚੀਜ਼ ਨਾਲ ਇਸ ਦਾ ਲੈਣ ਦੇਣ ਨਹੀਂ ਕੀਤਾ ਜਾ ਸਕਦਾ। ਪਰ ਸ਼ੈਤਾਨ ਸਾਡੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕੀਮਤ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਯਿਰਮੀਆ ਅਧਿਆਇ 3 ਵਚਨ 23 ਵਿੱਚ ਲਿਖਿਆ ਹੈ, ਸੱਚਮੁੱਚ ਟਿੱਲੀਆਂ ਅਤੇ ਪਹਾੜਾਂ ਦਾ ਰੌਲਾ ਧੋਖਾ ਹੈ, ਪਰ ਸੱਚਮੁੱਚ ਇਜ਼ਰਾਈਲ ਦੀ ਮੁਕਤੀ ਯਹੋਵਾ ਸਾਡੇ ਪਰਮੇਸ਼ਵਰ ਵੱਲੋਂ ਹੈ। ਜਿਵੇਂ ਪਹਿਲਾ ਪਤਰਸ ਅਧਿਆਇ 1 ਵਚਨ 9 ਵਿੱਚ ਜ਼ਿਕਰ ਕੀਤਾ ਗਿਆ ਹੈ, ਸਾਡੇ ਵਿਸ਼ਵਾਸ ਦਾ ਪ੍ਰਤੀਫਲ ਸਾਡੀਆਂ ਆਤਮਾਵਾਂ ਦੀ ਮੁਕਤੀ ਹੈ। ਸਾਡੇ ਵਿਸ਼ਵਾਸ ਦੀ ਆਖਰੀ ਮੰਜ਼ਲ ਮੁਕਤੀ ਹੈ। ਸਾਡੀ ਮੁਕਤੀ ਦਾ ਸੋਤਾ ਕੌਣ ਹੈ? ਸਾਡੀ ਮੁਕਤੀ ਪੂਰੀ ਤਰ੍ਹਾਂ ਸਾਡੇ ਪਰਮੇਸ਼ਵਰ ਹੀ ਦੇ ਦੁਆਰਾ ਹੈ। ਇਸ ਕਾਰਨ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਆਤਮਾ ਤੇ ਲਾੜੀ ਸਾਨੂੰ ਬੁਲਾਉਂਦੇ ਹਨ ਅਤੇ ਹੋਸ਼ਿਆ ਅਧਿਆਇ 6 ਦੇ ਅਨੁਸਾਰ ਸਾਨੂੰ ਪਰਮੇਸ਼ਵਰ ਨੂੰ ਜਾਣਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਹੜੇ ਲੋਕ ਪਰਮੇਸ਼ਵਰ ਨੂੰ ਜਾਣਦੇ ਹਨ ਉਹ ਪਰਮੇਸ਼ਵਰ ਦੀਆਂ ਸਾਰੀਆਂ ਸਿੱਖਿਆਵਾਂ ਅਤੇ ਵਚਨਾਂ ਦਾ ਪਾਲਣ ਕਰ ਸਕਦੇ ਹਨ, ਕਿਉਂਕਿ ਉਹ ਸਮਝਦੇ ਹਨ ਕਿ ਪਰਮੇਸ਼ਵਰ ਦੇ ਸਾਰੇ ਵਚਨ ਉਹਨਾਂ ਨੂੰ ਮੁਕਤੀ ਦੇ ਵੱਲ ਲੈ ਜਾਣਗੇ। ਸਾਡੀ ਮੁਕਤੀ ਪੱਕਾ ਹੀ ਸਾਡੇ ਪਰਮੇਸ਼ਵਰ ਦੁਆਰਾ ਹੈ। ਆਓ ਅਸੀਂ ਦੂਸਰਾ ਕੁਰਿੰਥੀਆ ਅਧਿਆਇ 3 ਵਚਨ 6 ਦੇਖੀਏ। ਜਿਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ, ਪਰ ਲਿਖਤ ਦੇ ਸੇਵਕ ਨਹੀਂ ਸਗੋਂ ਆਤਮਾ ਦੇ, ਕਿਉਂ ਜੋ ਲਿਖਤ ਮਾਰ ਸੁੱਟਦੀ ਪਰ ਆਤਮਾ ਜੁਆਲਦਾ ਹੈ। ਪਰਮੇਸ਼ਵਰ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਕੀਤਾ ਹੈ। ਇਸ ਲਈ ਜਦ ਅਸੀਂ ਨਵੇਂ ਨੇਮ ਲਈ ਕੰਮ ਕਰਨ ਵਾਲੇ ਬਣ ਜਾਂਦੇ ਹਾਂ, ਤਦ ਅਸੀਂ ਅਸਲ ਵਿੱਚ ਧਨ ਅਤੇ ਕੀਮਤੀ ਲੋਕ ਹੋਵਾਂਗੇ, ਹੈ ਨਾ? ਹਾਲਾਂਕਿ ਬਹੁਤ ਸਾਰੇ ਲੋਕ ਇਸ ਆਸ਼ੀਸ਼ ਨੂੰ ਨਹੀਂ ਜਾਣਦੇ ਅਤੇ ਖੁਸ਼ਖਬਰੀ ਦਾ ਕੰਮ ਕਰਨ ਤੋਂ ਝਿਜਕਦੇ ਹਨ। ਹੁਣ ਆਓ ਅਸੀਂ ਬਾਈਬਲ ਵਿੱਚ ਨਵੇਂ ਨੇਮ ਦੇ ਮਹੱਤਵ ਦੀ ਪੁਸ਼ਟੀ ਕਰੀਏ। ਆਓ ਅਸੀਂ ਯਿਰਮੀਆ ਅਧਿਆਇ 31 ਵਚਨ 31 ਦੇਖੀਏ। ਵੇਖੋ ਉਹ ਦਿਨ ਆ ਰਹੇ ਹਨ, ਯਹੋਵਾ ਦਾ ਵਾਕ ਹੈ, ਕਿ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨਾਂਗਾ। ਨਵੇਂ ਨੇਮ ਬਹੁਤ ਮਹੱਤਵਪੂਰਨ ਹੈ। ਇਸ ਨੂੰ ਕਿਸ ਨੇ ਸਥਾਪਿਤ ਕੀਤਾ? ਉਹ ਪਰਮੇਸ਼ਵਰ ਹੀ ਹਨ ਜਿਨ੍ਹਾਂ ਨੇ ਇਸ ਨੂੰ ਸਾਡੀ ਮੁਕਤੀ ਲਈ ਸਥਾਪਿਤ ਕੀਤਾ ਹੈ। ਆਓ ਅਸੀਂ ਵਚਨ 32 ਨਾਲ ਜਾਰੀ ਰੱਖੀਏ। ਉਸ ਨੇਮ ਵਾਂਗੂ ਨਹੀਂ ਜਿਹੜਾ ਉਹਨਾਂ ਦੇ ਪਿਓ ਦਾਦੀਆਂ ਨਾਲ ਬੰਨਿਆ, ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਭਈ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਲਿਆਵਾਂ। ਜਿਸ ਮੇਰੇ ਨਾਮ ਨੂੰ ਉਹਨਾਂ ਨੇ ਤੋੜ ਦਿੱਤਾ, ਅਵੇਂ ਮੈਂ ਉਹਨਾਂ ਦਾ ਵਿਆਤੜ ਸਾਂ। ਇਹ ਉਹ ਨਾਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਤੋਂ ਪਿੱਛੋਂ ਇਜ਼ਰਾਈਲ ਦੇ ਘਰਾਣੇ ਨਾਲ ਬੰਨਾਂਗਾ। ਯਹੋਵਾ ਦਾ ਵਾਕ ਹੈ, ਮੈਂ ਆਪਣੀ ਵਿਵਸਥਾ, ਇਹ ਨਵੇਂ ਨੇਮ ਦੀ ਵਿਵਸਥਾ ਨੂੰ ਦਰਸਾਉਂਦਾ ਹੈ, ਨੂੰ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ, ਉਹ ਕੀ ਹੋਣਗੇ? ਪਰਮੇਸ਼ਵਰ ਹੋਵੇਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਪਰਮੇਸ਼ਵਰ ਦੇ ਲੋਕ ਬਣਨ ਦੀ ਯੋਗਤਾ ਨਵੇਂ ਨੇਮ ਦੇ ਦੁਆਰਾ ਹੈ। ਫਿਰ ਇਸ ਨੂੰ ਮਨਾਉਣ ਤੋਂ ਕੌਣ ਮਨਾ ਕਰੇਗਾ? ਜੇ ਅਸੀਂ ਨਵੇਂ ਨੇਮ ਦਾ ਇਨਕਾਰ ਕਰਦੇ, ਤਦ ਸਾਡੇ ਕੋਲ ਸੰਦੀਪਕ ਨਰਕ ਵਿੱਚ ਮਰਨਾ ਨਿਯੁਕਤ ਕੀਤੇ ਜਾਣ ਤੋਂ ਇਲਾਵਾ ਕੋਈ ਚਾਰਾ ਨਾ ਹੁੰਦਾ। ਇਸ ਕਾਰਨ ਨਾਲ
ਪਰਮੇਸ਼ਵਰ ਧਰਤੀ ਤੇ ਆਏ, 깨닫게 해주시고 ਸਾਨੂੰ ਨਵੇਂ ਨੇਮ ਦਾ ਸੱਚ ਸਿਖਾਇਆ ਅਤੇ ਸਵਰਗ ਦੇ ਵਡਿਆਈ ਭਰੇ ਰਾਜ ਦਾ ਰਾਹ ਖੋਲ੍ਹਿਆ। ਉਹਨਾਂ ਨੇ ਕਿਹਾ, ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ ਅਤੇ ਤੁਸੀਂ ਮੇਰੀ ਪ੍ਰਜਾ ਹੋਵੋਗੇ। ਅਸੀਂ ਪਰਮੇਸ਼ਵਰ ਦੇ ਲੋਕ ਕਿਵੇਂ ਬਣ ਸਕਦੇ ਹਾਂ? ਇਹ ਸਿਰਫ ਨਵੇਂ ਨੇਮ ਦੇ ਦੁਆਰਾ ਹੀ ਹੈ। 그렇다면 ਇਹ ਸਾਨੂੰ ਦਿਖਾਉਂਦਾ ਹੈ ਕਿ ਨਵੇਂ ਨੇਮ ਦੀ ਕੀਮਤ ਹੈਰਾਨੀਜਨਕ ਹੈ। 대단한 겁니다. ਇਹ ਕਿੰਨਾ ਮਹਾਨ ਹੈ ਕਿ ਸਵਰਗਦੂਤ ਵੀ ਇਸ ਤੋਂ ਈਰਖਾ ਕਰਦੇ ਹਨ। ਆਓ ਅਸੀਂ ਵਚਨ 34 ਦੇਖੀਏ 그들이 다시는 ਕਿ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ, ਭਈ ਯਹੋਵਾ ਨੂੰ ਜਾਣੋ, ਕਿਉਂ ਜੋ ਸਾਰਿਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਵੱਡੇ ਤੱਕ ਮੈਨੂੰ ਜਾਣ ਲੈਣਗੇ। ਯਹੋਵਾ ਦਾ ਵਾਕ ਹੈ, ਕਿਉਂ ਜੋ ਪਰਮੇਸ਼ਵਰ ਕੀ ਮਾਫ ਕਰਨਗੇ। 죄악을 사하고 ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ ਅਤੇ ਉਹਨਾਂ ਦੇ ਪਾਪ ਫਿਰ ਚੇਤੇ ਨਾ ਕਰਾਂਗਾ। 아니 뭐 ਅਸੀਂ 하나님이 우리 ਬਹੁਤ ਧੰਨਵਾਦੀ ਹਾਂ ਕਿ ਅਸੀਂ ਪਰਮੇਸ਼ਵਰ ਦੇ ਲੋਕ ਬਣ ਗਏ ਹਾਂ। 거기다가 ਇਸ ਦੇ ਇਲਾਵਾ ਸਾਡੇ ਕੁਧਰਮ ਨੂੰ ਮਾਫ ਕਰਕੇ ਪਰਮੇਸ਼ਵਰ ਨੇ ਸਾਡੇ ਤੇ ਆਪਣੀ ਕਿਰਪਾ ਵੀ ਕੀਤੀ ਹੈ। ਇਸ ਲਈ ਸਾਨੂੰ ਨਵੇਂ ਨੇਮ ਨੂੰ ਕਦੇ ਨਹੀਂ ਛੱਡਣਾ ਚਾਹੀਦਾ। ਜਿਸ ਪਲ ਅਸੀਂ ਇਸ ਨੂੰ ਛੱਡ ਦਿੰਦੇ ਹਾਂ, ਅਸੀਂ ਪਰਮੇਸ਼ਵਰ ਦੇ ਲੋਕ ਹੋਣ ਦੀ ਯੋਗਤਾ ਗਵਾ ਦਿੰਦੇ ਹਾਂ 하나님의 백성 ਅਤੇ ਇਹਨਾਂ ਯੋਗਤਾਵਾਂ ਦੇ ਬਿਨਾਂ ਸਾਡੇ ਲਈ ਇੱਕ ਹੀ ਜਗ੍ਹਾ ਬਚੀ ਹੈ। ਇਹ ਸੰਦੀਪਕ ਅੱਗ ਦੀ ਭੱਠੀ ਹੈ, 하나님을 대적하는 ਜਿੱਥੇ ਵੱਡੇ ਅਜਗਰ ਅਤੇ ਝੂਠੇ ਨਬੀਆਂ ਨੂੰ, ਜਿਹੜੇ ਪਰਮੇਸ਼ਵਰ ਦੇ ਵਿਰੁੱਧ ਖੜੇ ਸੀ, 밖에는 ਸਜ਼ਾ ਦਿੱਤੀ ਜਾਵੇਗੀ। 밭에 감추인 ਭਾਵੇਂ ਅਸੀਂ ਆਪਣਾ ਸਭ ਕੁਝ ਤਿਆਗ ਦਈਏ, ਪਰ ਸਾਨੂੰ ਠੀਕ ਖੇਤ ਵਿੱਚ ਲੁਕੇ ਖਜ਼ਾਨੇ ਦੇ ਦ੍ਰਿਸ਼ਟਾਂਤ ਦੀ ਤਰ੍ਹਾਂ ਸਭ ਤੋਂ ਮਹੱਤਵਪੂਰਨ ਚੀਜ਼ ਪ੍ਰਾਪਤ ਕਰਨੀ ਚਾਹੀਦੀ ਹੈ। 분들 ਸਾਰੇ ਲੋਕੋ, ਕਿਰਪਾ ਕਰਕੇ ਉਸ ਦ੍ਰਿਸ਼ਟਾਂਤ ਦੇ ਬਾਰੇ ਵਿੱਚ ਸੋਚੋ ਜੋ ਯੀਸ਼ੂ ਨੇ ਦਿੱਤਾ ਸੀ। 하나 그 비유 ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਖੇਤ ਵਿੱਚ ਉਹ ਮਨੁੱਖ ਕਿੰਨਾ ਖੁਸ਼ ਹੋਇਆ ਹੋਵੇਗਾ। ਜੇ ਅਸੀਂ ਅਸਲ ਵਿੱਚ ਸਵਰਗ ਦੇ ਰਾਜ ਦੀ ਕੀਮਤ ਨੂੰ ਸਮਝਦੇ ਹਾਂ, 우리가 그런 ਤਦ ਅਸੀਂ ਉਸ ਖੁਸ਼ਖਬਰੀ ਦੇ ਰਾਹ ਨੂੰ ਕਦੇ ਵੀ ਔਖਾ ਨਹੀਂ ਮੰਨਾਂਗੇ 어려움 ਜਿਸ ਤੇ ਅਸੀਂ ਚੱਲ ਰਹੇ ਹਾਂ, 결단코 어려움이 아니죠. 천국이라는 ਕਿਉਂਕਿ ਸਵਰਗ ਦੇ ਰਾਜ ਦਾ ਕੀਮਤੀ ਖਜ਼ਾਨਾ ਖੇਤ ਵਿੱਚ ਲੁਕਾਇਆ ਹੈ। ਇਸ ਲਈ ਸਾਨੂੰ ਆਪਣਾ ਸਾਰਾ ਸਮਾਂ ਅਤੇ ਉਤਸ਼ਾਹ ਉਸ ਨੂੰ ਪ੍ਰਾਪਤ ਕਰਨ ਵਿੱਚ ਲਾਉਣਾ ਚਾਹੀਦਾ ਹੈ। ਸਿਰਫ ਉਹੀ ਜੋ ਕਿਸੇ ਚੀਜ਼ ਦੀ ਕੀਮਤ ਜਾਣਦੇ ਹਨ, ਉਹ ਉਸ ਦੇ ਹੱਕਦਾਰ ਹਨ। 소유권을 ਕੀ ਉਹ ਮਾਲਕ ਬਣਨ ਦੇ ਯੋਗ ਨਹੀਂ ਹਨ? 잊지 않겠습니까? 히브리서 우리 ਆਓ ਅਸੀਂ ਇਬਰਾਨੀਆਂ ਅਧਿਆਇ 9 ਵਚਨ 15 ਦੇਖੀਏ। 이를 인하여 ਇਸੇ ਕਾਰਨ ਉਹ ਨਵੇਂ ਨੇਮ ਦਾ ਵਿਚੋਲਾ ਹੈ, 이는 ਕਿਉਂਕਿ ਇੱਕ ਮੌਤ ਹੋਈ ਹੈ ਜਿਹੜੇ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ, 열심을 입은 ਭਈ ਉਹ ਜਿਹੜੇ ਸੱਦੇ ਹੋਏ ਹਨ ਸੰਦੀਪ ਕਾਲ ਦੇ ਵਿਰਸੇ ਦੇ ਵਾਅਦੇ ਨੂੰ ਪ੍ਰਾਪਤ ਕਰਨ। ਸੰਦੀਪਕ ਵਾਅਦੇ ਦਾ ਅਰਥ ਕੀ ਹੈ? 보한 ਇਹ ਸਵਰਗ ਦਾ ਰਾਜ ਹੈ ਜੋ ਖੇਤ ਵਿੱਚ ਲੁਕਿਆ ਹੋਇਆ ਖਜ਼ਾਨਾ ਹੈ। 뭘 통해서 ਉਹ ਸੰਦੀਪਕ ਵਾਅਦਾ ਕਿਵੇਂ ਪ੍ਰਾਪਤ ਕਰ ਸਕਦੇ ਹਨ? 그 새 언약을 ਇਹ ਨਵੇਂ ਨੇਮ ਦੇ ਦੁਆਰਾ ਹੋ ਸਕਦਾ ਹੈ। ਨਵੇਂ ਨੇਮ ਦੇ ਦੁਆਰਾ 소유할 수 ਅਸੀਂ ਸਾਰੇ ਸਵਰਗ ਦੇ ਸੰਦੀਪਕ ਰਾਜ ਨੂੰ ਪ੍ਰਾਪਤ ਕਰ ਸਕਦੇ ਹਾਂ। 계시록 20 ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 3 ਤੇ ਵਾਪਸ ਜਾਈਏ। 다시는 ਅਤੇ ਹੁਣ ਅਗਾਹਾਂ ਨੂੰ ਕੋਈ ਸ਼ਰਾਪ ਨਾ ਹੋਵੇਗਾ ਅਤੇ ਪਰਮੇਸ਼ਵਰ ਅਤੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ ਅਤੇ ਉਹਦੇ ਦਾਸ ਉਹਦੀ ਉਪਾਸਨਾ ਕਰਨਗੇ ਅਤੇ ਉਹਦਾ ਦਰਸ਼ਨ ਪਾਉਣਗੇ ਅਤੇ ਉਹਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ। ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਲੋ, ਸਗੋਂ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ, ਕਿਉਂ ਜੋ ਪ੍ਰਭੂ ਪਰਮੇਸ਼ਵਰ ਉਹਨਾਂ ਨੂੰ ਚਾਨਣ ਕਰੇਗਾ ਅਤੇ ਉਹ ਜੁਗੋ ਜੁਗ ਰਾਜ ਕਰਨਗੇ। 이 왕노릇 하는 것은 ਉਹ ਜੁਗੋ ਜੁਗ ਰਾਜ ਕਰਨਗੇ ਦਾ ਅਰਥ ਹੈ ਉਹ ਰਾਜਾ ਹੋਣਗੇ, ਕਿਉਂਕਿ ਸਿਰਫ ਰਾਜਾ ਹੀ ਰਾਜ ਕਰ ਸਕਦਾ ਹੈ। 영원한 일입니다. 하나님께서 이런 은혜 ਪਰਮੇਸ਼ਵਰ ਨੇ ਸਾਡੇ ਲਈ ਇਹ ਆਸ਼ੀਸ਼ ਤਿਆਰ ਕੀਤੀ ਹੈ। 어느 것이 ਕਿਹੜਾ ਜ਼ਿਆਦਾ ਕੀਮਤੀ ਹੈ? 이 땅에서 ਇਸ ਧਰਤੀ ਤੇ ਇੱਕ ਆਰਾਮਦਾਇਕ ਜੀਵਨ ਜਿਉਣਾ ਅਤੇ ਸੰਦੀਪਕ ਨਰਕ ਦੀ ਸਜ਼ਾ ਪਾਉਣਾ, 이 땅에서 ਜਾਂ ਅਸਥਾਈ ਤੌਰ ਤੇ ਕੋਸ਼ਿਸ਼ 노력 ਅਤੇ ਮਿਹਨਤ ਕਰਨਾ 필요하지만 ਅਤੇ ਸੰਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਾ। 시가 있는 건지 21 ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 4 ਦੇਖੀਏ। ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਜੂ ਪੁੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ, ਨਾ ਰੋਣਾ, ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ। 처음 것들이 다 ਅਤੇ ਉਹ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਬੋਲਿਆ, ਵੇਖ ਮੈਂ ਸਭੋ ਕੁਝ ਨਵਾਂ ਬਣਾਉਂਦਾ ਹਾਂ। ਅਤੇ ਉਹਨ ਆਖਿਆ, ਲਿਖ, ਕਿਉਂ ਜੋ ਇਹ ਵਚਨ ਨਿਸ਼ਚੈ ਯੋਗ ਅਤੇ ਸੱਤ ਹਨ। 참되니 기록하라 하시고 ਅਤੇ ਉਹਨ ਮੈਨੂੰ ਆਖਿਆ, ਹੋ ਗਿਆ ਹੈ, ਮੈਂ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। 나중이라 내가 생명 ਜਿਹੜਾ ਤੇ ਆਇਆ ਹੈ ਮੈਂ ਉਹਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚ ਮੁਕਤ ਪਿਲਾਵਾਂਗਾ। ਜਿਹੜਾ ਜਿੱਤਣ ਵਾਲਾ ਹੈ ਉਹ ਇਹਨਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਅਤੇ ਮੈਂ ਉਹਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। 여러분 ਪਰਮੇਸ਼ਵਰ ਨੇ ਸਾਨੂੰ ਸਵਰਗ ਦੇ ਰਾਜ ਦੀ ਕੀਮਤ ਨੂੰ ਸੰਖੇਪ ਵਿੱਚ ਦੱਸਿਆ ਹੈ, 있는 것인가 ਜਿਸ ਜਗ੍ਹਾ ਵਿੱਚ ਅਸੀਂ ਜਲਦੀ ਹੀ ਪ੍ਰਵੇਸ਼ ਕਰਾਂਗੇ। ਮੈਂ ਮੌਤ ਤੋਂ ਛੁਟਕਾਰਾ ਦੇਵਾਂਗਾ, ਦਰਦ ਤੋਂ ਛੁਟਕਾਰਾ ਦੇਵਾਂਗਾ, ਦੁੱਖ ਤੋਂ ਛੁਟਕਾਰਾ ਦੇਵਾਂਗਾ
ਸੋਗ ਤੋਂ ਵੀ ਛੁਟਕਾਰਾ ਦੇਵਾਂਗਾ। ਇੱਕੋ ਇੱਕ ਚੀਜ਼ ਉਹ ਆਨੰਦ ਹੈ ਜੋ ਸਾਨੂੰ ਦਿੱਤਾ ਜਾਵੇਗਾ, 주어질 수 있는 것은 날마다 창조되는 ਜੋ ਹਰ ਦਿਨ ਬਣਾਇਆ ਜਾਂਦਾ ਹੈ। ਹਰੇਕ ਦਿਨ ਨਵੀਂ ਖੁਸ਼ੀ ਅਤੇ ਸ਼ੁਕਰਗੁਜ਼ਾਰੀ ਹੋਵੇਗੀ। ਪਰਮੇਸ਼ਵਰ ਸਾਨੂੰ ਕਹਿੰਦੇ ਹਨ, ਸਦਾ ਖੁਸ਼ ਰਹੋ 기뻐하라. ਅਤੇ ਲਗਾਤਾਰ ਪ੍ਰਾਰਥਨਾ ਵਿੱਚ ਲੱਗੇ ਰਹੋ। 뭐가 우리 ਅਜਿਹਾ ਕਿਉਂ ਹੈ? ਅਜਿਹਾ ਇਸ ਲਈ ਹੈ ਕਿਉਂਕਿ ਸਾਡੇ ਕੋਲ ਖੇਤ ਵਿੱਚ ਲੁਕਿਆ ਹੋਇਆ ਖਜ਼ਾਨਾ ਹੈ। ਭਾਵੇਂ ਸਾਨੂੰ ਕੋਈ ਨੁਕਸਾਨ ਹੋਵੇ 손해 보고 누가 ਜਾਂ ਦੂਸਰਿਆਂ ਦਾ ਸੁਝਾਅ ਸੁਣਨ ਲਈ ਮਜਬੂਰ ਕੀਤਾ ਜਾਂਦਾ ਹੋਵੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਖੇਤ ਵਿੱਚ ਲੁਕੇ ਖਜ਼ਾਨੇ ਦੀ ਕੀਮਤ ਨਾਲ ਜੋ ਖੁਸ਼ੀ ਮਿਲਦੀ ਹੈ ਉਹ ਬਹੁਤ ਹੀ ਵੱਡੀ ਹੈ। 여러분들이 왕 ਯਾਦ ਰੱਖੋ ਕਿ ਤੁਸੀਂ ਸ਼ਾਹੀ ਘਰਾਣੇ ਦੇ ਹੋ ਅਤੇ ਉੱਤਰਾਧਿਕਾਰੀ ਦੀ ਸੂਚੀ ਵਿੱਚ ਪਹਿਲੇ ਨੰਬਰ ਤੇ ਹੋ। 조금 뭐 ਭਾਵੇਂ ਤੁਸੀਂ ਹੁਣ ਇੱਕ ਔਖਾ ਜੀਵਨ ਜਿਉਂਦੇ ਹੋ, 머지 않은 ਪਰ ਤੁਸੀਂ ਉਸ ਦੁਨੀਆ ਵਿੱਚ 여러분들은 ਜੁਗੋ ਜੁਗ ਰਾਜ ਕਰੋਗੇ, ਜਿੱਥੇ ਕੋਈ ਮੌਤ ਨਹੀਂ ਹੈ, ਕੋਈ ਸੋਗ ਨਹੀਂ ਹੈ, ਕੋਈ ਈਰਖਾ ਨਹੀਂ ਹੈ, ਕੋਈ ਝਗੜਾ ਨਹੀਂ ਹੈ ਅਤੇ ਕੋਈ ਨਫ਼ਰਤ ਨਹੀਂ ਹੈ। 정말 ਅਸੀਂ ਉਸ ਸਭ ਤੋਂ ਉੱਤਮ ਦੁਨੀਆ ਵਿੱਚ ਹਮੇਸ਼ਾ ਲਈ ਰਾਜ ਕਰਾਂਗੇ ਜਿਸ ਦਾ ਅਸੀਂ ਸੁਪਨਾ ਦੇਖਦੇ ਹਾਂ। 왕노로 탄다는 것. ਕਿ ਸਾਨੂੰ 고시를 봐. ਇਸ ਪਦ ਲਈ ਯੋਗਤਾ ਪ੍ਰਾਪਤ ਕਰਨ ਦੀ ਕੋਈ ਪ੍ਰੀਖਿਆ ਦੇਣੀ ਅਤੇ ਪਾਸ ਹੋਣਾ ਹੈ, 근데 ਕਿਉਂਕਿ ਸਾਨੂੰ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਤੇ ਵਿਸ਼ਵਾਸ ਹੈ। 이 내용 ਤਦ ਉਹਨਾਂ ਨੇ ਉਹਨਾਂ ਸਭ ਆਸੀਸ਼ਾਂ ਦਾ ਵਾਅਦਾ ਕੀਤਾ ਹੈ 아낌없이 ਜੋ ਸਵਰਗ ਦੇ ਰਾਜ ਵਿੱਚ 준비를 하고 ਮੁਕਤੀਪੂਰਨ ਸਾਡੇ ਲਈ ਤਿਆਰ ਹਨ। 우리와 더불어서 약속을 해놓으셨습니다. ਸਾਰੀਆਂ ਸਵਰਗੀਆਂ ਵਸਤੂਆਂ ਜਿਨ੍ਹਾਂ ਦਾ ਪਰਮੇਸ਼ਵਰ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਅਨਮੋਲ ਹੈ। ਸੰਸਾਰਿਕ ਚੀਜ਼ਾਂ ਦੇ ਬਾਰੇ ਵਿੱਚ ਕੀ? ਜਦ ਇੱਕ ਯੁੱਧ ਲੱਗ ਜਾਂਦਾ ਹੈ ਅਤੇ ਇੱਕ ਰਾਸ਼ਟਰਪਤੀ ਦੀਵਾਲੀਆਪਣ ਦੀ ਸਥਿਤੀ ਪੈਦਾ ਹੋ ਜਾਂਦੀ ਹੈ, ਜਾਂ ਜਦ ਕੋਈ ਛੋਟੀ ਜਿਹੀ ਦੁਰਘਟਨਾ ਹੁੰਦੀ ਹੈ, ਤਦ ਬੈਂਕਾਂ ਵਿੱਚ ਜਮ੍ਹਾਂ ਕੀਤਾ ਗਿਆ ਸਾਰਾ ਧਨ ਵਿਅਰਥ ਬਣ ਜਾਂਦਾ ਹੈ। ਪਰ ਸਵਰਗ ਵਿੱਚ ਬਿਪਤਾ ਸੰਕਟ ਵਰਗੀ ਕੋਈ ਚੀਜ਼ ਨਹੀਂ ਹੈ। ਉਤਸ਼ਾਹ, 열심, ਜੋਸ਼, 또 눈물, ਹੰਝੂ 투자된 ਅਤੇ ਸਮਾਂ ਜੋ ਅਸੀਂ ਖੁਸ਼ਖਬਰੀ ਵਿੱਚ ਲਾਇਆ ਹੈ 하나님께서 ਉਸ ਨੂੰ ਪਰਮੇਸ਼ਵਰ ਯਾਦ ਕਰਨਗੇ। 왜 ਸਵਰਗ ਦਾ ਰਾਜ ਕਦੇ ਵੀ ਗਾਇਬ ਜਾਂ ਨਾਸ਼ ਨਹੀਂ ਹੋਵੇਗਾ ਅਤੇ ਇਸ ਲਈ ਕੋਈ ਦੀਵਾਲੀਆਪਨ ਨਹੀਂ ਹੈ। 그 세계는 ਸਵਰਗ ਵਿੱਚ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ 내뱉으신 말씀을 거짓되게 ਅਤੇ ਇਸ ਨੂੰ ਕਦੇ ਵੀ ਵਾਪਸ 회수시키거나 ਜਾਂ ਰੱਦ 거절하거나 ਨਹੀਂ ਕੀਤਾ ਜਾ ਸਕਦਾ ਹੈ। 여러분 이런 ਸਾਰੇ ਲੋਕੋ, ਜਦ ਤੁਸੀਂ ਸਵਰਗ ਦੇ ਰਾਜ ਦੇ ਬਾਰੇ ਸੋਚਦੇ ਹੋ ਤਦ ਖੇਤ ਵਿੱਚ ਲੁਕੇ ਖਜ਼ਾਨੇ ਦੇ ਦ੍ਰਿਸ਼ਟਾਂਤ ਵਿੱਚ ਉਸ ਮਨੁੱਖ ਦੇ ਬਾਰੇ ਵਿੱਚ ਸੋਚੋ। ਖਜ਼ਾਨੇ ਦੀ ਖੋਜ ਤੇ ਉਹ ਮਨੁੱਖ ਕਿੰਨਾ ਖੁਸ਼ ਅਤੇ ਆਨੰਦ ਹੋਇਆ ਹੋਵੇਗਾ। 있는 것 ਉਸ ਮਨੁੱਖ ਨੇ ਸੋਚਿਆ, ਜੇ ਮੈਂ ਆਪਣਾ ਸਭ ਕੁਝ ਵੇਚ ਦਵਾਂ ਤਦ ਮੈਂ ਇਸ ਖੇਤ ਨੂੰ ਖਰੀਦ ਸਕਦਾ ਹਾਂ। ਤਦ ਇਸ ਖੇਤ ਵਿੱਚ ਜੋ ਖਜ਼ਾਨਾ ਲੁਕਿਆ ਹੈ ਉਹੀ ਅਧਿਕਾਰੀ ਦੇ ਰੂਪ ਵਿੱਚ ਮੇਰਾ ਹੈ। 하찮 ਖੇਤ ਦਾ ਮਾਲਕ ਹੋਣ ਵਿੱਚ ਬਹੁਤ ਖੁਸ਼ੀ ਹੈ, 실상 더 ਪਰ ਇਸ ਤੋਂ ਵੱਡੀ ਖੁਸ਼ੀ ਕੀ ਹੈ 있습니까? 그 속에 감출 ਕਿ ਖੇਤ ਵਿੱਚ ਲੁਕੇ ਖਜ਼ਾਨੇ ਦਾ ਮਾਲਕ ਹੋਣਾ 기쁨이 ਕਿਤੇ ਜ਼ਿਆਦਾ ਖੁਸ਼ੀ ਦੀ ਗੱਲ ਨਹੀਂ ਹੈ। 있습니까? 비록 ਭਾਵੇਂ ਹੀ ਕੋਵਿਡ-19 ਮਹਾਮਾਰੀ ਦੇ ਦੌਰਾਨ 환경 가운데 ਇੱਕ ਚੁਣੌਤੀਪੂਰਨ ਸਥਿਤੀ ਵਿੱਚ ਹਾਂ, 우리에게는 ਪਰ ਪਰਮੇਸ਼ਵਰ ਨੇ ਸਾਨੂੰ ਨਵੇਂ ਨਿਯਮ ਦੇ ਦੁਆਰਾ ਸਵਰਗ ਦੇ ਰਾਜ ਦਾ ਵਾਅਦਾ ਕੀਤਾ ਹੈ ਜੋ ਸਭ ਤੋਂ ਹੈਰਾਨੀਜਨਕ ਸੱਚ ਹੈ। 새 언약 ਸਾਡੇ ਕੋਲ ਸਵਰਗੀ ਪਿਤਾ ਤੇ ਸਵਰਗੀ ਮਾਤਾ ਜੀ ਦੇ ਨਾਲ-ਨਾਲ ਸਾਡੇ ਪਿਆਰੇ ਭਰਾ ਭੈਣ ਵੀ ਹਨ। 우리 또 가까이 있는 ਆਓ ਅਸੀਂ ਇਹ ਕਦੇ ਨਾ ਭੁੱਲੀਏ ਕਿ ਧਰਤੀ ਉਹ ਦੁਨੀਆ ਹੈ ਜਿੱਥੇ ਅਸੀਂ ਅਸਥਾਈ ਤੌਰ ਤੇ ਰਹਿੰਦੇ ਹਾਂ, 잠시 있다가 가야 될 세계입니다. 그러나 천국은 ਪਰ ਸਵਰਗ ਦਾ ਰਾਜ 영원히 우리가 ਉਹ ਦੁਨੀਆ ਹੈ ਜਿੱਥੇ ਅਸੀਂ ਹਮੇਸ਼ਾ ਲਈ ਰਹਾਂਗੇ। 그곳을 우리가 바라보고 ਆਓ ਅਸੀਂ ਉਸ ਸੰਦੀਪਕ ਦੁਨੀਆ ਵੱਲ ਦੇਖੀਏ। 속안에 어려운 ਕਦੇ-ਕਦੇ ਸਾਡੇ ਵਿਸ਼ਵਾਸ ਦੇ ਜੀਵਨ ਵਿੱਚ ਸਾਨੂੰ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ, 더라도 아버지 어머니 뜻대로 ਪਰ ਅਸੀਂ ਆਗਿਆਕਾਰੀਤਾ ਦਾ ਜੀਵਨ ਜਿਉਂਦੇ ਹੋਏ 하다가 보면 ਜਲਦੀ ਹੀ ਉਹਨਾਂ ਮਹਾਨ ਆਸ਼ੀਸ਼ਾਂ ਨੂੰ ਮਹਿਸੂਸ ਕਰਾਂਗੇ 하신 그 축복을 발견하게 ਜੋ ਸਵਰਗੀ ਪਿਤਾ ਅਤੇ ਮਾਤਾ ਜੀ ਨੇ ਸਾਡੇ ਲਈ ਤਿਆਰ ਕੀਤੀਆਂ ਹਨ। 이사야서 ਆਓ ਅਸੀਂ ਯਸ਼ਾਇਆ ਅਧਿਆਏ 4 ਵਚਨ 1 ਦੇਖੀਏ। 그날에 ਉਸ ਦਿਨ 7 ਤੀਵੀਆਂ ਇੱਕ ਮਰਦ ਨੂੰ ਇਹ ਆਖ ਕੇ ਫੜਨਗੀਆਂ, ਅਸੀਂ ਆਪਣੀ ਰੋਟੀ ਖਾਵਾਂਗੀਆਂ ਤੇ ਆਪਣੇ ਕੱਪੜੇ ਪਾਵਾਂਗੀਆਂ। 오직 당신 ਅਸੀਂ ਕੇਵਲ ਤੇਰੇ ਨਾਂ ਤੋਂ ਸੱਦੀਏ, 우리로 ਸਾਡੀ ਸ਼ਰਮਿੰਦਗੀ ਮਿਟਾਈਏ। 하리라고 했습니다. 자, 여기 ਇਹਨਾਂ ਤੀਵੀਆਂ ਨੇ ਕਿਹਾ, 이 사람들은 오직 ਅਸੀਂ ਕੇਵਲ ਤੇਰੇ ਨਾਂ ਤੋਂ ਸੱਦੀਏ। 우리를 칭하게 ਫਿਰ ਤੁਹਾਨੂੰ ਕੀ ਲੱਗਦਾ ਹੈ 대한 가치 ਕਿ ਉਹ ਇਸ ਮਨੁੱਖ ਦੇ ਨਾਮ ਦੀ ਕੀਮਤ ਜਾਣਦੇ ਹਨ ਜਾਂ ਨਹੀਂ? 알기 때문에 ਉਹ ਉਸ ਦੇ ਨਾਮ ਦੀ ਕੀਮਤ ਚੰਗੀ ਤਰ੍ਹਾਂ ਜਾਣਦੇ ਹਨ। 오직 ਇਸ ਲਈ ਉਹਨਾਂ ਨੇ ਇਮਾਨਦਾਰੀ ਨਾਲ ਬੇਨਤੀ ਕੀਤੀ, ਅਸੀਂ ਆਪਣਾ ਸਭ ਕੁਝ ਖੁਦ ਕਰਾਂਗੇ, ਪਰ ਸਾਨੂੰ ਸਿਰਫ ਆਪਣੇ ਮਹਾਨ ਨਾਮ ਦੀ ਵਰਤੋਂ ਕਰਨ ਦਿਓ। ਆਓ ਅਸੀਂ ਵਚਨ 2 ਨਾਲ ਜਾਰੀ ਰੱਖੀਏ। 그날에 ਉਸ ਦਿਨ ਯਹੋਵਾ ਦੀ ਸ਼ਾਖ ਸੋਹਣੀ ਅਤੇ ਪ੍ਰਤਾਪਵਾਨ ਹੋਵੇਗੀ ਅਤੇ ਉਸ ਦੇਸ਼ ਦਾ ਫਲ ਇਜ਼ਰਾਈਲ ਦੇ ਬਚੇ ਹੋਇਆਂ ਲਈ ਸ਼ਾਨਦਾਰ ਤੇ ਸੁੰਦਰ ਹੋਵੇਗਾ।
ਅਤੇ ਉਹ ਹੋਵੇਗਾ ਕਿ ਜਿਹੜਾ ਸਿਓਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯਰੂਸ਼ਲਮ ਵਿੱਚ ਰਹਿ ਗਿਆ ਹੋਵੇ ਉਹ ਪਵਿੱਤਰ ਅਖਵਾਏਗਾ। 생존한 ਉਹ ਸਾਰੇ ਜਿਹੜੇ ਯਰੂਸ਼ਲਮ ਦੇ ਜਿਉਂਦਿਆਂ ਵਿੱਚ ਲਿਖੇ ਗਏ। 거룩하다 칭함을 얻을 것이라 하였습니다. 그렇다면 ਕੀ ਇਹ ਬਿਲਕੁਲ ਹੈਰਾਨੀਜਨਕ ਅਤੇ ਦਿਲਚਸਪ ਨਹੀਂ ਹੈ 이 ਕਿ ਅਸੀਂ ਸਿਓਨ ਵਿੱਚ ਹਾਂ ਜਿਸ ਦੇ ਬਾਰੇ ਬਾਈਬਲ ਅਤੇ ਨਬੀਆਂ ਨੇ ਸਾਖੀ ਦਿੱਤੀ। 시는 일 아니겠습니까? 이사야 ਆਓ ਅਸੀਂ ਯਸ਼ਯਾ ਅਧਿਆਇ 55 ਵਚਨ 1 ਦੇਖੀਏ। ਓਏ ਹਰੇਕ ਜੋ ਧਿਆਇਆ ਹੈ ਤੁਸੀਂ ਪਾਣੀ ਲਈ ਆਓ, ਅਤੇ ਜਿਹਦੇ ਕੋਲ ਚਾਂਦੀ ਨਹੀਂ ਤੁਸੀਂ ਆਓ, ਲੈ ਲਓ ਅਤੇ ਖਾ ਲਓ। ਆਓ ਬਿਨਾਂ ਚਾਂਦੀ ਬਿਨਾਂ ਮੁੱਲ ਮੱਧ ਤੇ ਦੁੱਧ ਲੈ ਲਓ। ਜਿਹੜੀ ਰੋਟੀ ਨਹੀਂ ਉਹਦੇ ਲਈ ਤੁਸੀਂ ਆਪਣੇ ਚਾਂਦੀ ਅਤੇ ਜਿਹੜੀ ਚੀਜ਼ ਰੁਝਾਉਂਦੀ ਨਹੀਂ ਉਹਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ? ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਧਿੰਦਿਆਈ ਨਾਲ ਤ੍ਰਿਪਤ ਹੋ ਜਾਵੇ। 많은 사람들이 ਬਦਕਿਸਮਤੀ ਨਾਲ ਅਜਿਹੇ ਲੋਕ ਹਨ ਜੋ ਆਪਣਾ ਜ਼ਿਆਦਾਤਰ ਸਮਾਂ, 땀 흘린 ਸਰੋਤ ਅਤੇ ਜਨੂਨ ਨੂੰ ਇਸ ਦੁਨੀਆ ਦੀਆਂ ਚੀਜ਼ਾਂ ਹਾਸਿਲ ਕਰਨ ਵਿੱਚ ਬਿਤਾਉਂਦੇ ਹਨ। 길을 바라고 있습니다. 가치 ਉਹਨਾਂ ਦਾ ਸਮਾਂ 시간을 ਅਤੇ ਕੋਸ਼ਿਸ਼ 열정 ਵਿਅਰਥ ਬੀਤ ਜਾਂਦਾ ਹੈ। 또 땀을 흘리고 또 인생을 ਉਹਨਾਂ ਦੀ ਸਾਰੀ ਜ਼ਿਆਦਾਤਰ ਮਿਹਨਤ ਅਤੇ ਪਸੀਨਾ ਵਿਅਰਥ ਹੈ। 55장 ਨਬੀ ਯਸ਼ਯਾ ਇਸ ਬਾਰੇ ਅਧਿਆਇ 55 ਵਿੱਚ ਸਾਖੀ ਦਿੰਦਾ ਹੈ। 통하고 있습니까? ਇਸ ਦੇ ਬਾਅਦ ਬਾਈਬਲ ਕੀ ਕਹਿੰਦੀ ਹੈ? ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਧਿੰਦਿਆਈ ਨਾਲ ਤ੍ਰਿਪਤ ਹੋ ਜਾਵੇ। 기름진 것으로 즐거움을 얻으리라. 너희는 길을 ਕੰਨ ਲਾਓ 나와 들으라. ਅਰ ਮੇਰੀ ਵੱਲ ਆਓ, ਸੁਣੋ ਤੇ ਤੁਹਾਡੀ ਜਾਨ ਜਿਉਂਦੀ ਰਹੇਗੀ ਅਤੇ ਮੈਂ ਤੁਹਾਡੇ ਨਾਲ ਇੱਕ ਅਨੰਤ ਨੇਮ ਬੰਨਾਂਗਾ, 다윗에게 허락. ਅਰਥਾਤ ਦਾਊਦ ਦੀਆਂ ਸੱਚੀਆਂ ਦਿਆਲਗੀਆਂ ਦਾ। 이 땅에 ਇਸ ਦੁਨੀਆ ਦੇ ਬਹੁਤ ਸਾਰੇ ਲੋਕ ਆਪਣੇ ਜੀਵਨ ਦੇ ਅੰਤ ਵਿੱਚ ਕਹਿੰਦੇ ਹਨ, ਮੈਂ ਇੱਕ ਵਿਅਰਥ ਜੀਵਨ ਬਿਤਾਇਆ ਹੈ, ਸਭ ਕੁਝ ਵਿਅਰਥ ਹੈ। 소리합니다. 오늘 ਅੱਜ ਪਿਤਾ ਅਤੇ ਮਾਤਾ ਜੀ ਨੇ 그래서 허락해 주신 ਸਾਨੂੰ ਸਵਰਗ ਦੇ ਰਾਜ, ਨਵੇਂ ਨੇਮ, ਆਗਿਆਕਾਰੀ, ਵਿਸ਼ਵਾਸ, ਸਿਓਨ ਜਿੱਥੇ ਸਾਨੂੰ ਬੁਲਾਇਆ ਗਿਆ ਅਤੇ ਰਹਿਣਾ ਹੈ, 또 우리 ਅਤੇ ਭਰਾਵਾਂ ਅਤੇ ਭੈਣਾਂ ਦੇ ਵਿੱਚ 머무르게 ਏਕਤਾ ਦੀਆਂ ਕੀਮਤਾਂ ਨੂੰ ਮਹਿਸੂਸ ਕਰਨ ਦੀ ਆਗਿਆ ਦਿੱਤੀ ਹੈ। 또 형제 자매 연합의 가치 ਜਦ ਅਸੀਂ ਹਰ ਚੀਜ਼ ਵਿੱਚ ਕੀਮਤ ਦੀ ਖੋਜ ਕਰਦੇ ਹਾਂ ਤਦ ਸਾਨੂੰ ਹਮੇਸ਼ਾ ਉਹ ਖਜ਼ਾਨਾ ਮਿਲੇਗਾ ਜੋ ਪਰਮੇਸ਼ਵਰ ਨੇ ਹਰ ਚੀਜ਼ ਵਿੱਚ ਲੁਕਾਇਆ ਹੈ। 보화가 ਸਾਨੂੰ ਉਹ ਬਣਨਾ ਹੈ ਜੋ ਇਹਨਾਂ ਖਜ਼ਾਨਿਆਂ ਨੂੰ ਲੱਭਦੇ ਹਨ। ਸਾਰੇ ਲੋਕੋ ਜੋ ਕੀਮਤ ਜਾਣਦੇ ਹਨ ਉਹ ਮਾਲਕ ਬਣਨ ਦੇ ਹੱਕਦਾਰ ਹਨ। ਯਾਕੂਬ ਨੇ ਏਸਾਓ ਤੋਂ ਕਿਹੜਾ ਹੱਕ ਲਿਆ? 무슨 소유권을 넘겨받았습니까? ਯਾਕੂਬ ਨੇ ਜਨਮ ਦੇ ਅਧਿਕਾਰ ਦਾ ਹੱਕ ਲੈ ਲਿਆ। 되었습니다. 뭐 ਇਹ ਕਿਵੇਂ ਹੋਇਆ? ਮੂਲ ਰੂਪ ਨਾਲ ਜਨਮ ਦਾ ਅਧਿਕਾਰ ਏਸਾਓ ਦਾ ਸੀ, 것이었지만 ਪਰ ਏਸਾਓ ਨੂੰ ਇਸ ਦੀ ਕੀਮਤ ਨਹੀਂ ਪਤਾ ਸੀ। 모르고 그냥 ਪਰ ਯਾਕੂਬ ਨੂੰ ਜਨਮ ਦੇ ਅਧਿਕਾਰ ਦੀ ਕੀਮਤ ਪਤਾ ਸੀ। 야곱은 장자권에 대한 가치를 ਇਸ ਲਈ ਉਸਨੇ ਸੋਚ ਕੇ ਸੌਂ ਲਈ, ਮੈਂ ਕਿਸੇ ਵੀ ਕੀਮਤ ਤੇ ਜਨਮ ਦਾ ਅਧਿਕਾਰ ਲਵਾਂਗਾ। 얻어야 되겠다는 ਉਹਨਾਂ ਦੋਨਾਂ ਵਿੱਚ ਇਹੀ ਅੰਤਰ ਸੀ। 있었습니다. 다시 말해서 ਦੂਸਰੇ ਸ਼ਬਦਾਂ ਵਿੱਚ ਜਿਹੜੇ ਲੋਕ ਸਵਰਗ ਦੀ ਕੀਮਤ ਨੂੰ ਨਹੀਂ ਜਾਣਦੇ ਉਹ ਇਸ ਨੂੰ ਪ੍ਰਾਪਤ ਨਹੀਂ ਕਰ ਸਕਦੇ। ਸਾਨੂੰ ਸਵਰਗ ਦੇ ਰਾਜ ਦੀ ਕੀਮਤ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਯਾਕੂਬ ਦੇ ਵਾਂਗ ਭਾਵੇਂ ਹੀ ਸਾਡੇ ਪੱਟ ਦੀ ਨਸ ਚੜ ਜਾਵੇ, ਆਸ਼ੀਸ਼ ਨੂੰ ਕਦੇ ਨਹੀਂ ਛੱਡਣਾ ਚਾਹੀਦਾ। 되겠습니까? 남은 모든 시간 ਧਰਤੀ ਤੇ ਆਪਣੇ ਬਚੇ ਹੋਏ ਸਮੇਂ ਲਈ ਆਓ ਅਸੀਂ ਸਵਰਗ ਦੇ ਰਾਜ ਦੀ ਕੀਮਤ ਨੂੰ ਦੇਖਣ, ਸੁਣਨ ਅਤੇ ਸਮਝਣ ਦੀ ਆਗਿਆ ਦੇਣ ਲਈ ਆਤਮਾ ਤੇ ਲਾੜੀ ਸਾਡੇ ਸਵਰਗੀ ਪਿਤਾ ਤੇ ਸਾਡੀ ਨਵੀਂ ਯਰੂਸ਼ਲਮ ਸਵਰਗੀ ਮਾਤਾ ਜੀ ਨੂੰ ਸੰਦੀਪਕ ਧੰਨਵਾਦ ਅਤੇ ਮਹਿਮਾ ਦਈਏ। 영광을 ਇਸ ਦੇ ਨਾਲ ਮੈਂ ਅੱਜ ਦਾ ਉਪਦੇਸ਼ ਖਤਮ ਕਰਦਾ ਹਾਂ। 되도록 합시다. 오늘 말씀 ਤੁਹਾਡਾ ਬਹੁਤ ਬਹੁਤ ਧੰਨਵਾਦ।